ਸਿਆਣਪ ਇਹ ਹੈ, ਪੜਾਓ ਨੂੰ ਪੜਾਓ ਸਮਝੇ, ਘਰ ਨੂੰ ਘਰ ਸਮਝੇ। ਜ਼ਿੰਦਗੀ ਉਦੋਂ ਉਲਟ ਹੋ ਜਾਂਦੀ ਹੈ ਜਦ ਕੋਈ ਪੜਾਓ ਨੂੰ ਹੀ ਘਰ ਸਮਝ ਬੈਠਦਾ, ਧਨ ਨੂੰ ਹੀ ਜੀਵਨ ਦਾ ਲਕਸ਼ ਸਮਝ ਬੈਠਦਾ, ਪਰਿਵਾਰ ਨੂੰ ਹੀ ਜੀਵਨ ਦਾ ਲਕਸ਼ ਸਮਝ ਬੈਠਦਾ। ਜੀ ਰਿਹਾ ਪਰਿਵਾਰ ਦੀ ਖਾਤਰ, ਜੀ ਰਿਹਾ ਪ੍ਰਭਤਾ ਦੀ ਖਾਤਰ, ਜੀ ਰਿਹਾ ਪਦਾਰਥਾਂ ਦੀ ਖਾਤਰ। ਇਹ ਤੇ ਇਸ ਤਰ੍ਹਾਂ ਹੋਇਆ, ਕੋਈ ਜੀ ਰਿਹਾ ਰਸਤੇ ਦੀ ਖਾਤਰ, ਪੜਾਓ ਦੀ ਖਾਤਰ। ਅਕਲਮੰਦੀ ਤੇ ਨਾ ਹੋਈ। ਪੜਾਓ ਪੜਾਓ ਹੈ, ਰਸਤਾ ਰਸਤਾ ਹੈ, ਮਨੁੱਖ ਦੀ ਬੇਚੈਨੀ ਇਸ ਗੱਲ ਦਾ ਸਬੂਤ ਹੈ ਰਸਤੇ ਵਿੱਚ ਹੈ। ਮਨੁੱਖ ਦੀ ਚਿੰਤਾ ਇਸ ਗੱਲ ਦਾ ਸਬੂਤ ਹੈ ਰਸਤੇ ਵਿੱਚ ਹੈ। ਮਨੁੱਖ ਦੀ ਵਿਆਕੁਲਤਾ ਔਰ ਸੋਗ ਇਸ ਗੱਲ ਦਾ ਸਬੂਤ ਹੈ ਰਸਤੇ ਵਿੱਚ ਹੈ। ਘਰ ਵਿੱਚ ਤੇ ਆਨੰਦ ਵਿੱਚ ਹੈ, ਘਰ ਤੇ ਸਮਾਧੀ ਹੈ। ਤੇਰੇ ਘਰ ਆਨੰਦ ਵਧਾਈ ਤੁਧ ਘਰ। ਜੋ ਪ੍ਰਭੂ ਦਾ ਘਰ ਹੈ ਉਹੀ ਸਾਡਾ ਘਰ ਹੈ। ਉੱਥੇ ਤੇ ਨਿਤ ਦੀਆਂ ਵਧਾਈਆਂ ਨੇ, ਨਿਤ ਦਾ ਆਨੰਦ, ਨਿਤ ਦਾ ਸੋਗ, ਨਿਤ ਦੀ ਚਿੰਤਾ। ਇਹ ਰਸਤੇ ਵਿੱਚ ਹੈ। ਰਸਤੇ ਨੂੰ ਅਬੂਰ ਕਰਨਾ, ਤੈਅ ਕਰਨਾ, ਇਹ ਵਸੀਲਾ ਸਿਰਫ ਮਨੁੱਖ ਕੋਲ ਹੈ, ਹੋਰ ਨਹੀਂ ਹੈ ਕਿਸੇ ਕੋਲ। ਕਹਿੰਦੇ ਨੇ ਪਸ਼ੂ ਕੋਲ ਤਨ ਹੈ, ਵਿਕਸਤ ਮਨ ਨਹੀਂ ਹੈ। ਸੂਖਸ਼ਮ ਸਰੀਰ ਦਾ ਢਾਂਚਾ ਇਤਨਾ ਪ੍ਰਬਲ ਨਹੀਂ ਹੈ, ਮਨ ਇਤਨਾ ਪ੍ਰਬਲ ਨਹੀਂ ਹੈ, ਬੋਧ ਸ਼ਕਤੀ ਨਹੀਂ ਹੈ। ਦੇਵਤਾ ਹੈ, ਉਹਦਾ ਸੂਖਸ਼ਮ ਢਾਂਚਾ ਤੇ ਬੜਾ ਪ੍ਰਬਲ ਹੈ, ਬੜਾ ਵਿਚਾਰ ਹੈ, ਬੜੀ ਸੂਝ ਹੈ, ਬੜਾ ਗਿਆਨ ਹੈ, ਪਰ ਉਸ ਕੋਲ ਤਨ ਨਹੀਂ ਹੈ, ਉਸ ਕੋਲ ਅਸਥੂਲ ਸਰੀਰ ਨਹੀਂ ਹੈ। ਦੋਵੇਂ ਹੀ ਰੁਕੇ ਹੋਏ ਨੇ, ਪਸ਼ੂ ਵੀ ਰੁਕਿਆ ਹੋਇਆ ਹੈ, ਦੇਵਤਾ ਵੀ ਰੁਕਿਆ ਹੋਇਆ। ਇੱਕ ਕੋਲ ਤਨ ਤੇ ਹੈ, ਸ਼ਾਇਦ ਮਨੁੱਖ ਨਾਲੋਂ ਵੀ ਜ਼ਿਆਦਾ ਵਜ਼ਨੀ, ਮਨੁੱਖ ਨਾਲੋਂ ਵੀ ਜ਼ਿਆਦਾ ਤਾਕਤਵਰ। ਮਨ ਨਹੀਂ ਹੈ। ਇੱਕ ਕੋਲ ਬੜਾ ਪ੍ਰਬਲ ਮਨ ਹੈ, ਬੜਾ ਗਿਆਨ ਹੈ, ਬੜੀ ਸਮਝ ਹੈ, ਮਹਾਨ ਮਨ ਹੈ, ਪਰ ਤਨ ਨਹੀਂ ਹੈ। ਇੱਕ ਥਾਂ ਇੰਜ ਕਹਿ ਲਈਏ, ਘੋੜਾ ਤੇ ਹੈ, ਅਸਵਾਰ ਬਿਲਕੁਲ ਕਮਜ਼ੋਰ ਮਾਮੂਲੀ ਬੱਚਾ। ਕਿਵੇਂ ਇਸ ਘੋੜੇ ਨੂੰ ਕਾਬੂ ਕਰੇਗਾ ਤੇ ਚਲਾਏਗਾ? ਇੱਕ ਅਸਵਾਰ ਤੇ ਬੜਾ ਪ੍ਰਬਲ ਹੈ, ਸ਼ਕਤੀਸ਼ਾਲੀ ਹੈ, ਘੋੜਾ ਹੀ ਕੋਈ ਨਹੀਂ, ਵਾਹਨ ਹੀ ਕੋਈ ਨਹੀਂ। ਦੋਵੇਂ ਰੁਕੇ ਹੋਏ ਨੇ, ਦੋਵੇਂ ਰੁਕੇ। ਇੱਕ ਥਾਂ ਤੇ ਇੱਕ ਅਸਵਾਰ ਬਹੁਤ ਕਮਜ਼ੋਰ ਹੈ, ਮਨ ਬਿਲਕੁਲ ਮਾਮੂਲੀ, ਥੋੜੀ ਜਿਹੀ ਸਮਝ ਹੈ, ਰਿਜ਼ਕ ਦੀ ਤਲਾਸ਼ ਕਰ ਲੈਣੀ ਪਸ਼ੂ ਨੂੰ। ਭਾਵੇਂ ਉਸ ਕੋਲ ਅਸਵਾਰੀ ਬੜੀ ਮਜ਼ਬੂਤ ਹੈ, ਸਰੀਰ ਬੜਾ ਸ਼ਕਤੀਸ਼ਾਲੀ ਹੋ ਸਕਦਾ ਹੈ, ਕਈ ਪਹਿਲੂਆਂ 'ਚ ਅੱਗੇ ਵੀ ਹੋ ਸਕਦਾ ਹੈ। ਜੈਸੇ ਜਿਤਨੀ ਸੁਤੰਤਰਤਾ ਦੇ ਨਾਲ ਪੰਛੀ ਉੱਡ ਲੈਂਦੇ ਨੇ, ਅਸੀਂ ਨਹੀਂ ਉੱਡ ਸਕਦੇ। ਜਿਤਨੀ ਸੁਤੰਤਰਤਾ ਦੇ ਨਾਲ ਮਛਲੀਆਂ ਤੈਰ ਲੈਂਦੀਆਂ ਨੇ, ਨਹੀਂ ਤੈਰ ਸਕਦੇ। ਜਿਤਨਾ ਤੇਜ਼ੀ ਨਾਲ ਘੋੜਾ ਦੌੜ ਲੈਂਦਾ ਹੈ ਔਰ ਜਿਤਨੀ ਦੂਰ ਤੱਕ ਦੌੜ ਸਕਦਾ ਹੈ, ਨਹੀਂ ਦੌੜ ਸਕਦਾ। ਜਿੰਨਾ ਭਾਰੀ ਭਰਕਮ ਸਰੀਰ ਹਾਥੀ ਕੋਲ ਹੈ, ਨਹੀਂ ਹੈ ਮਨੁੱਖ ਕੋਲ। ਲੇਕਿਨ ਅਸਵਾਰ ਬਹੁਤ ਕਮਜ਼ੋਰ ਹੈ, ਮਨ ਨਹੀਂ ਹੈ, ਬਹੁਤ ਛੋਟਾ ਹੈ, ਸਮਝ ਬਹੁਤ ਛੋਟੀ ਹੈ। ਦੂਸਰੇ ਪਾਸੇ ਦੇਵਤਾ ਹੈ, ਬੜਾ ਗਿਆਨ ਹੈ, ਬੜਾ ਗਿਆਨ ਹੈ, ਪੂਰਬਲੇ ਜਨਮ ਦਾ ਬੜਾ ਗਿਆਨ ਸੰਚਿਤ ਕੀਤਾ ਹੋਇਆ ਹੈ, ਬੜਾ ਸੰਗ੍ਰਹਿ ਕੀਤਾ ਹੋਇਆ ਹੈ,
बड़ी सूझ है, समझ है। इस सूझ बूझ ਨੂੰ, इस ज्ञान ਨੂੰ ਵਰਤ ਕੇ ਮੰਜ਼ਿਲੇ ਮਕਸੂਦ ਤੇ ਪਹੁੰਚ ਸਕੇ ਤਨ ਨਹੀਂ ਹੈ, ਦੋਵੇਂ ਰੁਕੇ ਗਏ। ਇਸ ਵਾਸਤੇ ਸਾਰੇ ਵਿਦਵਾਨਾਂ ਨੇ ਕਿਹਾ ਮਨੁੱਖ ਮਹਾਨ ਹੈ, ਇਹਦੇ ਕੋਲ ਤਨ ਵੀ ਹੈ, ਮਨ ਵੀ ਹੈ, ਅਸਵਾਰ ਵੀ ਹੈ, ਘੋੜਾ ਵੀ ਹੈ। ਲੇਕਿਨ ਹੁੰਦਾ ਕੀ ਹੈ, ਮਨੁੱਖ ਇਸ ਘੋੜੇ ਦੀ ਸਹੀ ਵਰਤੋਂ ਨਹੀਂ ਕਰਦਾ ਔਰ ਰਸਤੇ 'ਚ ਪੜਾਵਾਂ 'ਚ ਹੀ ਭਟਕਦਾ ਰਹਿ ਜਾਂਦਾ। ਹੁਣ ਮੈਂ ਅਰਜ਼ ਕਰਾਂ, ਧਰਮ ਜੀਵਨ ਦਾ ਲਕਸ਼ ਹੈ, ਬਾਕੀ ਸਭ ਪੜਾਓ ਨੇ। ਪੜਾਓ ਨੇ, ਪੜਾਓ ਛੋੜਨੇ ਪੈਂਦੇ ਨੇ ਘਰ ਵਾਸਤੇ। ਰਸਤੇ 'ਚ ਪੜਾਓ ਆਇਆ, ਅੱਗੇ ਚਲੇ ਗਏ, ਦੂਜਾ ਪੜਾਓ ਆਇਆ, ਉਹ ਛੋੜਿਆ, ਹੋਰ ਆਇਆ। ਪੜਾਓ ਤੇ ਛੋੜਨੇ ਪੈਂਦੇ। ਕਹਿੰਦੇ ਨੇ ਜਿਸ ਦਿਨ ਹਰ ਤਰ੍ਹਾਂ ਦੀ ਪਿਆਸ ਸਮਾਪਤ ਹੁੰਦੀ ਹੈ, ਪਦਾਰਥ ਦੀ ਪਿਆਸ, ਪ੍ਰਭਤਾ ਦੀ ਪਿਆਸ, ਉਸ ਦਿਨ ਪ੍ਰਭੂ ਦੀ ਪਿਆਸ ਪੈਦਾ ਹੁੰਦੀ, ਉਸ ਤੋਂ ਪਹਿਲੇ ਨਹੀਂ ਹੁੰਦੀ। ਨਹੀਂ। ਬੜੀ ਪ੍ਰਬਲ ਪਿਆਸ ਹੈ ਪਰਿਵਾਰਕ ਸੰਬੰਧਾਂ ਦੀ, ਬੜੀ ਪ੍ਰਬਲ ਪਿਆਸ ਹੈ ਪ੍ਰਭਤਾ ਦੀ, ਬੜੀ ਪ੍ਰਬਲ ਪਿਆਸ ਹੈ ਪਦਾਰਥਾਂ ਦੀ। ਉਹਨੂੰ ਸਮਝ ਲੈਣਾ ਚਾਹੀਦਾ ਜੇ ਪ੍ਰਮਾਤਮਾ ਦੀ ਪਿਆਸ ਹੋਵੇ। ਸਤ ਸੰਗ ਦਾ ਲਾਭ, ਰੋਜ਼ ਰੋਜ਼ ਕਥਾ ਕੀਰਤਨ ਸੁਣਨ ਦਾ ਲਾਭ। ਅਗਰ ਸੰਸਾਰ ਦੀ ਪਿਆਸ ਘਟਦੀ ਜਾ ਰਹੀ ਹੈ ਤਾਂ ਉਮੀਦ ਕੀਤੀ ਜਾ ਸਕਦੀ ਹੈ ਨਿਰੰਕਾਰ ਦੀ ਪਿਆਸ ਪੈਦਾ ਹੋ ਜਾਏਗੀ। ਅਗਰ ਪਦਾਰਥਾਂ ਦੀ ਪ੍ਰਭਤਾ ਦੀ ਪਿਆਸ ਮਿਟਦੀ ਜਾ ਰਹੀ ਹੈ, ਘਟਦੀ ਜਾ ਰਹੀ ਹੈ, ਤਾਂ ਪ੍ਰਭੂ ਦੀ ਪਿਆਸ, ਪਰਮਾਤਮਾ ਦੀ ਪਿਆਸ ਪੈਦਾ ਹੋ ਸਕੇ। ਜਿਸ ਵੀ ਮਨੁੱਖ ਦੇ ਅੰਦਰ ਨਾ ਪੈਦਾ ਹੋਈ ਹੋਵੇ ਇਹ ਪਿਆਸ, ਉਹਨੂੰ ਸਮਝ ਲੈਣਾ ਚਾਹੀਦਾ ਅਜੇ ਪਦਾਰਥਾਂ ਦੀ ਪਿਆਸ ਬੜੀ ਪ੍ਰਬਲ ਹੈ ਤੇ ਪਦਾਰਥਾਂ ਦੀ ਖਾਤਰ ਪਰਮਾਤਮਾ ਨੂੰ ਛੋੜਿਆ ਜਾ ਸਕਦਾ। ਧਨ ਦੀ ਖਾਤਰ ਧਰਮ ਛੋੜਿਆ ਜਾ ਸਕਦਾ, ਪਰਿਵਾਰ ਦੀ ਖਾਤਰ ਕਰਤਾਰ ਛੋੜਿਆ ਜਾ ਸਕਦਾ, ਪ੍ਰਭਤਾ ਦੀ ਖਾਤਰ ਪ੍ਰਭੂ ਨੂੰ ਛੋੜਿਆ ਜਾ ਸਕਦਾ। ਔਰ ਛੋੜ ਦਿੰਦੇ ਨੇ ਲੋਕ ਜੋ ਪ੍ਰਭਤਾ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਨੇ, ਪ੍ਰਭੂ ਨੂੰ ਨਹੀਂ। ਜੋ ਪਦਾਰਥਾਂ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਨੇ, ਪਰਮਾਤਮਾ ਨੂੰ ਨਹੀਂ। ਇਸ ਤਰ੍ਹਾਂ ਹੁਣ ਆਪਣਾ ਮਨ ਤੋਲਣਾ। ਪਰਮਾਤਮਾ ਨਾਲੋਂ ਪਦਾਰਥਾਂ ਦੀ ਅਹਿਮੀਅਤ ਜ਼ਿਆਦਾ ਹੈ ਤਾਂ ਫਿਰ ਪਰਮਾਤਮਾ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ। ਪ੍ਰਭੂ ਨਾਲੋਂ ਪ੍ਰਭਤਾ ਦੀ ਪਿਆਸ ਬੜੀ ਪ੍ਰਬਲ ਹੈ ਤਾਂ ਸਮਝ ਲੈਣਾ ਅਜੇ ਹਨੂਜ਼ ਦਿੱਲੀ ਦੂਰ ਅਸਤ, ਅਜੇ ਪਰਮਾਤਮਾ ਦੀ ਪਿਆਸ ਦੀ ਗੱਲ ਬੜੀ ਦੂਰ ਹੈ। ਫਿਰ ਕਹਿੰਦੇ ਨੇ ਪਰਮਾਤਮਾ ਦੀ ਪਿਆਸ ਇੱਕ ਐਸੀ ਪਿਆਸ ਹੈ, ਹਿਰਦਾ ਹਰ ਤਰ੍ਹਾਂ ਦੀ ਪਿਆਸ ਤੋਂ ਜਿਤਨੇ ਤੱਕ ਖਾਲੀ ਨਾ ਹੋਵੇ ਇਹ ਪੈਦਾ ਹੀ ਨਹੀਂ ਆਉਂਦੀ, ਵੀ ਪੈਦਾ ਹੀ ਨਹੀਂ ਆਉਂਦੀ। ਤਾਂ ਹੁਣ ਇਸ ਤਰ੍ਹਾਂ ਫੈਸਲਾ ਕਰ ਲੈਣਾ ਚਾਹੀਦਾ ਹੈ ਜਿਸ ਕਿਸੇ ਦੇ ਅੰਦਰ ਵੀ ਨਾ ਹੋਵੇ, ਕਿਉਂਕਿ ਹਰ ਮਨੁੱਖ ਆਪਣਾ ਹਿਰਦਾ ਪੜ੍ਹ ਸਕਦਾ। ਮੈਂ ਆਪਣਾ ਪੜ੍ਹ ਸਕਦਾ, ਤੁਸੀਂ ਆਪਣਾ ਪੜ੍ਹ ਸਕਦੇ। ਕੋਈ ਕਿਸੇ ਦਾ ਹਿਰਦਾ ਨਹੀਂ ਪੜ੍ਹ ਸਕਦਾ। ਨਹੀਂ ਹੈ ਪਿਆਸ ਤਾਂ ਅਜੇ ਪ੍ਰਭਤਾ ਦੀ ਪਿਆਸ ਬੜੀ ਪ੍ਰਬਲ ਹੋਵੇਗੀ, ਪਦਾਰਥਾਂ ਦੀ ਪਿਆਸ ਬੜੀ ਪ੍ਰਬਲ ਹੋਵੇਗੀ। ਕਦਮ ਕਦਮ ਤੇ ਦੇਖਦੇ ਹਾਂ ਮਨੁੱਖ ਪਰਿਵਾਰ ਦੀ ਖਾਤਰ ਨਿਰੰਕਾਰ ਛੋੜ ਰਿਹਾ ਹੈ, ਦੁਨੀਆ ਦੀ ਖਾਤਰ ਦੀਨ ਛੋੜ ਰਿਹਾ ਹੈ। ਦੁਨੀਆ ਇਤਨੀ ਯਾਦ ਦੇ ਚੈ ਦੀਨ ਤੇ ਭੁੱਲ ਹੀ ਗਿਆ। ਦੀਨ ਵਿਸਾਰੇ ਹੋ ਰੇ दीवाने दीन बिसारे होरे भगत कबीर। भुल गया तू दीन नो, क्यों?
ਯਾਦਾਂ ਦੇ 'ਚ ਦੁਨੀਆ ਛਾ ਗਈ ਹੈ। ਭੁੱਲ ਗਿਆ ਤੂੰ ਪ੍ਰਭੂ ਨੂੰ, ਕਾਰਨ ਸਿਮਰਤੀ ਦੇ 'ਤੇ ਪ੍ਰਭਤਾ ਛਾ ਗਈ ਹੈ। ਭੁੱਲ ਗਿਆ ਤੂੰ ਪਰਮਾਤਮਾ ਨੂੰ, ਯਾਦਾਂ ਦੇ 'ਚ ਪਦਾਰਥ ਛਾਏ ਹੋਏ ਨੇ। ਮੈਂ ਫਿਰ ਅਰਜ਼ ਕਰਾਂ, ਰਸਤੇ ਦੇ ਪੜਾਅ ਨੇ, ਆਉਣਗੇ, ਇਹਨਾਂ ਦੀ ਲੋੜ ਹੈ, ਪੜਾਅ ਤੇ ਆਉਣਗੇ। ਪਰ ਉਦੋਂ ਭਰਮ ਭ੍ਰਾਂਤੀ ਪੈਦਾ ਹੋ ਜਾਂਦੀ ਹੈ ਜਦ ਕੋਈ ਪੜਾਅ ਨੂੰ ਘਰ ਸਮਝ ਬੈਠਦਾ ਹੈ, ਬਸ ਇਹੀ ਠੀਕ ਹੈ। ਤੋ ਪਦਾਰਥ ਤੇ ਮਿਲ ਜਾਣਗੇ, ਸਕੂਨ ਨਹੀਂ ਮਿਲੇਗਾ। ਪ੍ਰਭਤਾ ਤੇ ਮਿਲ ਜਾਏਗੀ, ਆਰਾਮ ਨਹੀਂ ਮਿਲੇਗਾ। ਧਨ ਸੰਪਦਾ ਤੇ ਮਿਲ ਜਾਏਗੀ, ਬੇਚੈਨੀਆਂ ਤੇ ਪਰੇਸ਼ਾਨੀਆਂ ਨਹੀਂ ਮਿਟਣਗੀਆਂ। और दूसरा भी सुन लो, जितनी धन संपदा प्रभुता बढ़ती गई उतना ही मूर्ख होता जाएगा, उतना ही मूड होता जाएगा, क्योंकि उतना ही परमात्मा नूं भुलदा जाएगा और उतना ही उसदे जाल विच फसदा जाएगा। तखत ते बैठा, राज महलां दे विच बैठा होया भी जनक परमात्मा की प्यास दे जीवंदा है। इस वास्ते भाई गुरदास नूं कहना पिया कि बहुत वड्डा भगत है, भगत वड्डा राजा जनक है, गुरुमुख माया विच उदासी। प्यास परमात्मा की है। बैठा ते परिवार दे च है, महलां दे च है, प्रभुता कोल है, प्यास प्रभु दी है, पदार्थां की कोई कमी नहीं, प्यास परमात्मा की है। दूजे पासे कबीर ने, रविदास ने पदार्थ ते कुछ भी नहीं, पर प्यास परमात्मा की है, कुछ भी नहीं है। उपजीविका चलाने वास्ते पूरा धन भी नहीं है, प्यास ते धर्म दी है। पिंड दे चौधरी भी नहीं ने, प्यास ते प्रभु दी है। इस तो पता चलता है हिरदे खाली हो गए ने, ताई ये परमात्मा की प्यास पैदा हुई है। और इस प्यास दे पैदा होंदे होर कोई प्यास रह नहीं जाती, रहिंदी नहीं। ये भी मैं अर्ज कर रहा, ये प्यास पैदा होंदे फिर प्रभु तो बिना जीवना औखा हो जाता। धन गुरु रामदास जी महाराज ने इसका इंज जिक्र किया है, अंतर प्यास उठी प्रभ केरी, सुन गुर बचन मन तीर लगैया। ये प्यास पैदा किस तरह हो गई, किवें हो गई, बाकियां दे अंदर क्यों नहीं हुई, कारण की है। सुन गुर बचन मन तीर लगैया। गुरु दा बोल की सुनिया, तीर दी तरह लगे, ये तीर दी तरह लगे, विन गया, बड़ा गहराई नाल सुनिया होवेगा। एक मन होके सुनिया होवेगा, पूरी एकाग्रता नाल सुनिया होवेगा, ताई तीर दी तरह लगे। नहीं तो रोज मिलते ने, असी जी 10 पाठ कीते ने जपजी साहब दे, गुस्ताखी माफ, मैनू कहना पैंदा, चेहरा ते तेरा दसदा पिया, तो एक पौड़ी भी नहीं पढ़ी, छाप ही तेरे चेहरे की दसदी भी कुछ भी नहीं है, कुछ भी नहीं पढ़े होणगे 10 पाठ। असी जी पूरा सुखमनी साहब रोज पढ़ते हैं, एक पंक्ति की झलक भी नहीं मिलती तेरी जिंदगी दे चों। गहराई नाल सुनिया होवेगा, अंतस प्यास उठी प्रभ केरी, सुन गुर बचन मन तीर लगैया। मन की बिरथा मन ही जाने, अवर के जाने को पीर परैया। सरीरक पीड़ नूं, सरीरक दर्द नूं सारे जानते हैं। किसी का कन दुखिया नूं पता है दर्द की होंदी,
ਕਿਸੇ ਦਾ ਦੰਦ ਦੁਖਿਆ ਉਹਨੂੰ ਪਤਾ ਹੁੰਦਾ ਹੈ ਕੀ ਹੁੰਦਾ। ਸਰੀਰ ਦਾ ਕੋਈ ਅੰਗ ਦੁਖੇ ਹੈ ਜਾਂ ਬਹੁਤ ਸਾਰੇ ਅੰਗ ਦੁਖੇ ਨੇ, ਉਸ ਦਰਦ ਦਾ ਮਨੁੱਖ ਨੂੰ ਪਤਾ ਹੁੰਦਾ। ਅਸਾਧ ਰੋਗਾਂ ਦੇ ਦਰਦ ਦਾ, ਪੀੜਾ ਦਾ ਮਨੁੱਖ ਨੂੰ ਪਤਾ ਹੁੰਦਾ। ਤਨ ਨੂੰ ਕੋਈ ਚੋਟ ਲੱਗ ਜਾਏ, ਗਹਿਰੀ ਸੱਟ ਲੱਗ ਜਾਏ ਅਚਾਨਕ, ਇਸ ਦਰਦ ਦਾ ਵੀ ਮਨੁੱਖ ਨੂੰ ਪਤਾ ਹੋਵੇਗਾ। ਸ਼ਬਦ ਦਾ ਤੀਰ ਮਨ ਨੂੰ ਲੱਗਿਆ तो पीड़ पैदा होवे। ये मानसिक पीड़ है, ये तीर मन ਨੂੰ लगता है, सूक्ष्म शरीर ਨੂੰ लगता है, तन ਨੂੰ नहीं। सुन के मन ਨੂੰ लगता है, सुन गुरु बचन मन तीर लगैया, मन की बिरथा मन ही जाने अवर के जाने को पीर परैया। तो ये तीर पीड़ ते पैदा करेगा। ਹੁਣ ਹੋਰ ਵੀ ਸੁਣ ਲਓ, ਦੁਨੀਆ ਦੇ ਵਿੱਚ ਇਤਨੀ ਭਿਅੰਕਰ ਪੀੜਾ ਹੋਰ ਕੋਈ ਵੀ ਨਹੀਂ ਆਉਂਦੀ। ਜਦ ਸ਼ਬਦ ਦਾ ਤੀਰ ਲੱਗਦਾ ਤੇ ਪੀੜ ਪੈਦਾ ਹੁੰਦੀ ਹੈ। ਭਗਤ ਸਿਖਰ ਦੀ ਪੀੜਾ ਚੋਂ ਲੰਘਦੇ ਨੇ। ਬਹੁਤ ਭਿਅੰਕਰ ਪੀੜਾ ਚੋਂ ਲੰਘਦੇ ਨੇ। ਔਰ ਇਸ ਦਾ ਗੁਰਬਾਣੀ ਦੇ ਵਿੱਚ ਬਹੁਤ ਵੱਡਾ ਜ਼ਿਕਰ ਹੈ ਔਰ ਭਾਈ ਗੁਰਦਾਸ ਨੇ ਬਹੁਤ ਵੱਡਾ ਨਿਖੇੜਾ ਕੀਤਾ ਹੈ। ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਇਸ ਪੀੜਾ ਵਰਗੀ ਹੋਰ ਕੋਈ ਪੀੜਾ ਨਹੀਂ ਹੈ। ਅਕਸਰ ਜਦ ਇਹ ਤੀਰ ਆ ਰਿਹਾ ਹੁੰਦਾ ਹੈ, ਅਸੀਂ ਮਨ ਇੱਕ ਪਾਸੇ ਕਰ ਲੈਂਦੇ, ਨਾ ਹੀ ਲੱਗੇ। ਨਿਸ਼ਾਨਾ ਤੇ ਮਨ ਹੈ, ਸ਼ਬਦ ਤੀਰ ਹੈ, ਨਿਸ਼ਾਨਾ ਸਾਡਾ ਮਨ ਹੈ। ਇਹਨੂੰ ਇੱਕ ਪਾਸੇ ਕਰ ਲੈਣਾ, ਤੀਰ ਚੱਲਦੇ ਹੀ ਰਹਿ ਜਾਂਦੇ ਨੇ। ਇੱਕ ਇੱਕ ਪੰਕਤੀ ਇੱਕ ਤੀਰ ਹੈ, ਇੱਕ ਇੱਕ ਬੋਲ ਵਾਹਿਗੁਰੂ ਵਾਹਿਗੁਰੂ ਇੱਕ ਤੀਰ ਹੈ। ਲੱਗਦਾ ਨਹੀਂ, ਕਿਉਂ? ਮਨ ਹੀ ਤੇ ਨਿਸ਼ਾਨਾ, ਇਹਨੂੰ ਇੱਕ ਪਾਸੇ ਕਰ ਲੈਂਦੇ ਆ, ਲੱਗ ਜਾਂਦਾ ਤੀਰ, ਨਹੀਂ ਲੱਗਦਾ। ਅਗਰ ਲਗੇ तो पीड़ पैदा होगी। इस वास्ते भगत कबीर ते रविदास ते कहने लागी होए सो जाने पीर, राम भगत अणयाले तीर। बहुत गहरा तीर ते बड़ी पीड़ पैदा करता है। दुखिया दर्द घने वेदन जाने तू धनी। ਸੰਸਕ੍ਰਿਤ ਦਾ ਵੇਦਨ ਸ਼ਬਦ ਬੜਾ ਕਮਾਲ ਦਾ ਹੈ। ਇਹਦੇ ਦੋ ਅਰਥ ਨੇ, ਇੱਕੋ ਹੀ ਸਮੇਂ ਦੋ ਅਰਥ ਨੇ, ਇੱਕੋ ਹੀ ਸਮੇਂ ਦੋ ਅਰਥ ਕਰਨੇ ਪੈਂਦੇ ਨੇ। ਇੱਕ ਅਰਥ ਨਾਲ ਉਸ ਸ਼ਬਦ ਦਾ ਅਨਰਥ ਹੋ ਜਾਂਦਾ ਹੈ। ਵੇਦਨ ਪੀੜਾ, ਵੇਦਨ ਗਿਆਨ। ਹੱਦ ਹੋ ਗਈ। ਇੱਕੋ ਹੀ ਸਮੇਂ ਇਸ ਦੇ ਦੋ ਅਰਥ ਕਿਉਂ ਕਰੀਏ? ਅੱਗੇ ਪਿੱਛੇ ਕੁਛ ਵੀ ਨਹੀਂ ਪਤਾ ਹੁੰਦਾ ਮੂੰਹ ਦੇ ਚ ਕਿੰਨੇ ਕੁ ਦੰਦ ਨੇ। ਜਿਸ ਦਿਨ ਕਦੀ ਕਦ ਦੰਦ ਦੁਖਦਾ ਹੈ ਤਾਂ ਸਾਰਾ ਧਿਆਨ ਸਾਰਾ ਗਿਆਨ ਉਸ ਦੰਦ ਤੇ ਹੀ ਰੁਕਿਆ ਹੁੰਦਾ, ਜਿਵੇਂ ਮੈਂ ਦੰਦ ਹੀ ਹਾਂ ਔਰ ਕੁਛ ਵੀ ਨਹੀਂ। ਵੇਦਨ ਗਿਆਨ ਪੀੜਾ ਦਾ ਹੁੰਦਾ ਹੈ, ਔਰ ਜਿੱਥੇ ਪੀੜਾ ਹੁੰਦਾ ਹੈ ਧਿਆਨ ਉੱਥੇ ਹੁੰਦਾ ਹੈ। ਧਿਆਨ ਤੇ ਗਿਆਨ ਇਕੱਠੇ ਰਹਿੰਦੇ ਨੇ। ਜਿਸ ਵਿੱਚ ਮੇਰਾ ਗਹਿਰਾ ਧਿਆਨ ਨਹੀਂ, ਉਸ ਦਾ ਮੈਨੂੰ ਫਿਰ ਗਿਆਨ ਵੀ ਨਹੀਂ ਹੈ। ਜਿਸ ਵਿੱਚ ਗਹਿਰਾ ਧਿਆਨ ਹੋਵੇਗਾ ਉਸੇ ਦਾ ਹੀ ਗਿਆਨ ਹੋਵੇਗਾ। ਤੇ ਗਹਿਰਾ ਧਿਆਨ ਪੀੜਾ ਕਰਕੇ ਆਉਂਦਾ ਹੈ, ਉਂਝ ਨਹੀਂ ਆਉਂਦਾ। ਅੱਗੇ ਪਿੱਛੇ ਤੇ ਪਤਾ ਵੀ ਨਹੀਂ ਚੱਲਦਾ ਮੇਰਾ ਸਿਰ ਹੈ ਵੀ ਸਹੀ ਕਿ ਨਹੀਂ। ਪਰ ਕਿਸੇ ਦਿਨ ਜਦ ਸਿਰ ਦੁਖਦਾ ਹੈ, ਭਿਅੰਕਰ ਪੀੜਾ ਹੁੰਦੀ ਹੈ, ਸਾਰਾ ਧਿਆਨ ਮੱਥੇ 'ਚ ਆਉਂਦਾ, ਸਾਰਾ ਗਿਆਨ ਮੱਥੇ 'ਤੇ ਆਉਂਦਾ, ਜਿਵੇਂ ਮੈਂ ਮੱਥਾ ਹੀ ਹਾਂ, ਹੋਰ ਕੁਝ ਵੀ ਨਹੀਂ। ਵੇਦਨ ਪੀੜਾ, ਵੇਦਨ ਗਿਆਨ। ਇੱਕ ਔਸ਼ਧੀ ਹੈ ਭਾਰਤ ਦੇ ਆਯੁਰਵੇਦ ਕੰਪਨੀ ਨੇ ਬਣਾਈ ਹੈ। ਉਸ ਔਸ਼ਧੀ ਦਾ, ਉਸ ਦਵਾਈ ਦਾ ਨਾਂ ਰੱਖਿਆ ਵੇਦਨਾ ਨਿਗ੍ਰਹਿ ਰਸ।
वेदना नूं खत्म करने वाला रस, वेदना नूं खत्म करने वाली औषधि। वेदना पीड़ा, वेदन दर्द, वेदना पीड़ा बहुवचन, वेदना वेदन एक वचन, वेदन पीड़ा। वेदन ज्ञान, अगे पिछे ते मनुख नूं पता ही नहीं चलता। बंदे दे गोडे हैन भी नहीं, हैन भी सही कि नहीं, पर जिन दुखने आ जाते हैं उस दिन पता चलता है जिवें बस मैं गोडे ही हाँ और कुछ है ही नहीं। सारा ध्यान उत्थे, सारा ज्ञान उत्थे, अगे पिछे नहीं पता चलता। अखां हैन भी सही कि नहीं, पर जिस दिन कदी दुखने आ जांदियां सारा ध्यान फिर अखां दे विच, सारा ज्ञान अखां दे विच। ध्यान ते ज्ञान दोवें इकट्ठे रहिंदे ने ते ध्यान अधिक पीड़ा दे च आउंदा, पीड़ा खिचदी है, पीड़ा ध्यान नूं खिच लैंदी है। आप सारे सियाणे बैठे हो कि जरूर गल पकड़दे च आएगी, होर ते मैनूं कोई लफ्ज़ लभदे नहीं पए। पीड़ा ध्यान नूं खिचेगी। मनुख दा सारा ध्यान उत्थे केंद्रित हो जाएगा जिथे दर्द है, जिथे पीड़ा है। तो जब सारा ध्यान उत्थे ही केंद्रित हो गया तो फिर ज्ञान भी हो गया। संस्कृत भाषा एक ऐसी भाषा है भी एक शब्द दे ची दो अर्थ बयान हो जान, दो शब्दां दी लोड़ नहीं, एक हो। इस तरह की कला गुरु गोबिंद सिंह जी महाराज ने बड़ी वरती है, जाप साहब दे च भी ते बाकी शब्दां दे च भी। इस तरह का एक पदा मैं थोड़े सामने रखा, जयदेव दा। चूंकि संस्कृत का महान पंडित सी, जात तो ब्राह्मण सी जयदेव, बड़ा कीमती पदा है। दरबार साहब दे जिन्हों अखंड पाठी रखना होवे कहते ने पदा पहले सुना, उंज नहीं रखते। मैनू चंगी तरह याद है, ज्ञानी चेत सिंह कहते होंदे सने पढ़ के सुना, वो इम्तिहान लेंदे होंदे सन। संस्कृति श्लोक पढ़ के सुना, पठां दे सवैये पढ़ के सुना। नहीं सुना सकता, नहीं तू पाठी नहीं, तू पाठ नहीं कर सकता। परमाद पुरख मनोपिमंग सत आदे भाव रतन, पर मद भूतन प्रतकृत परंत जद तिंत सर्वगतन, केवल राम नाम मनोरमं बद अमृत तत्वमयं। परम आद दो शब्द ने, परम आद ये चो ऐड़ा कढ़ दिता है, प्रमाद एक कोई शब्द अर्थ दो कर देते हैं। इस संस्कृत की जिस तरह है, मनो उपमंग, मन की उपमा तो रहत, मन उसनों पूरा समझ नहीं सकता, इस वास्ते मन उसकी पूरी उपमा नहीं कर सकता। मनो उपमंग, ये चों भी ऐड़ा कढ़ दिता, टिप्पी कढ़ दी, मनोपिमंग एक कोई शब्द अर्थ दो। परमाद पुरख मनोपिमंग सत्य आदे भाव रतन, पर मद परम अद्भुत दो शब्द ने। महान आश्चर्य, आश्चर्य किसनों कहते ने? वेखिए ते पूरा वेख ना सकीए आश्चर्य, सुनिए ते पूरा सुन ना सकीए आश्चर्य, समझिए ते पूरा समझ ना सकीए आश्चर्य, कथन करिए ते पूरा कथन ना कर सकीए आश्चर्य। विस्माद आश्चर्य, उर्दू च कहते हैं हैरान कुन, भाई हैरान हो गए, हैरान कुन अवस्था बन गई। इन्हों संस्कृत कहते हैं परम अद्भुत। दो शब्दों एक शब्द बयान कर दिता है, दो अर्थ एक ही शब्द, परम अद्भुतन। इस तरह वेदना ज्ञान, वेदना पीड़ा,
ਦਰਦ। ਧਿਆਨ ਕਿੱਥੇ ਆਉਂਦਾ ਹੈ? ਜਿੱਥੇ ਪੀੜਾ ਹੋਵੇ। ਤੇ ਗਿਆਨ ਕਿਸ ਦਾ ਹੁੰਦਾ ਹੈ? ਪੀੜਾ ਦਾ। ਪੀੜਾ ਦਾ। ਬੜੀ ਰੋਚਕਤਾ ਦੇ ਨਾਲ, ਬੜੇ ਵਿਸਤਾਰ ਪੂਰਵਕ ਲੋਕੀ ਆਪਣੇ ਦੁੱਖਾਂ ਨੂੰ ਸੁਣਾਉਂਦੇ। ਆਪ ਸੁਣ ਕੇ ਹੈਰਾਨ ਹੋਵੋਗੇ। ਇੱਕ ਵਿਸ਼ੇ ਦਾ ਹਰ ਮਨੁੱਖ ਬੜਾ ਸੋਹਣਾ ਵਕਤ ਹੈ ਕਿ ਦੁੱਖ ਕਿਸੇ ਕੋਲ ਵੀ ਸੁਣ ਲਓ, ਉਹਦੇ ਦੁੱਖ ਬੜੇ ਸੋਹਣੇ ਢੰਗ ਨਾਲ ਸੁਣਾਏਗਾ। ਬੜੇ ਸੋਹਣੇ। ਹਰ ਮਨੁੱਖ, ਇਸਤਰੀ ਪੁਰਸ਼, ਦੁੱਖਾਂ ਦਾ ਬਹੁਤ ਵਧੀਆ ਵਕਤ ਹੈ। ਸੁੱਖ ਦਾ ਤੇ ਕੁਝ ਪਤਾ ਹੀ ਕੋਈ ਨਹੀਂ। ਜਿਹਨੂੰ ਸੁੱਖ ਸਮਝਦਾ ਉਹ ਹੈ ਹੀ ਨਹੀਂ। ਹਰ ਸੁੱਖ ਦੁੱਖ ਦੇ 'ਚ ਬਦਲ ਜਾਂਦਾ ਹੈ। ਇਸ ਵਾਸਤੇ ਦੁੱਖ ਦੇ ਵਕਤੇ ਤੇ ਸਾਰੇ ਹੀ ਨੇ। ਕਿਸੇ ਕੋਲ ਬੈਠੋ, ਜਰਾ ਢੰਗ ਨਾਲ ਬੈਠੋ ਤੇ ਰਿਸ਼ਤਾ ਢੰਗ ਦਾ ਜੁੜ ਜਾਏ, ਉਹ ਆਪਣੇ ਦੁੱਖ ਹੀ ਸੁਣਾਏਗਾ। ਸਤਿਗੁਰ ਕਹਿੰਦੇ ਨੇ, ਕਿਸ ਪੇ ਖੋਲੋ ਗੰਠੜੀ ਦੁਖੀ ਪਰ ਆਇਆ। ਮੈਂ ਵੀ ਆਪਣੀ ਦੁੱਖਾਂ ਦੀ ਪੰਡ ਕਿਸੇ ਦੇ ਅੱਗੋਂ ਖੋਲਣਾ ਚਾਹੁੰਦਾ। ਤੇ ਹਰ ਬੰਦੇ ਕੋਲ ਹੈ ਕਿ ਦੁੱਖਾਂ ਦੀ ਪੰਡ ਤੋਂ ਇਲਾਵਾ ਹੋਰ ਹੈ ਕਿ ਕੁਝ ਵੀ ਨਹੀਂ ਹੈ। ਕੁਝ ਵੀ ਨਹੀਂ ਹੈ। ਇਹ ਵੀ ਮਹਿਸੂਸ ਕਰਦੇ। ਹਰ ਮਨੁੱਖ ਕੋਲ ਦੁੱਖਾਂ ਦੀ ਪੰਡ ਤੋਂ ਇਲਾਵਾ ਕੁਝ ਵੀ ਨਹੀਂ ਹੈ। ਸਿਆਣਾ ਮਨੁੱਖ ਕਤਈ ਦੁੱਖਾਂ ਦੀ ਪੰਡ ਕਿਸੇ ਦੇ ਅੱਗੋਂ ਨਹੀਂ ਖੋਲਦਾ। ਪਤਾ ਹੈ ਕਿਉਂ? ਉਹਨੂੰ ਪਤਾ ਹੈ ਮੈਂ ਖੋਲਿਆ ਤੇ ਅਜੇ ਮੈਂ ਆਪਣਾ ਇੱਕ ਦੁੱਖ ਸੁਣਾਵਾਂਗਾ, ਉਹਨੇ ਸੈਂਕੜੇ ਦੁੱਖ ਸੁਣਾਣੇ ਨੇ। ਚੁੱਪ ਹੀ ਨਹੀਂ ਕਰਨਾ। ਤੂੰ ਕੀ ਆਪਣਾ ਇੱਕ ਦੁੱਖ ਸੁਣਾਣਾ, ਉਹਦੇ ਸੈਂਕੜੇ ਸੁਣਨੇ ਪੈਣਗੇ। ਉਹ ਮੇਰੀ ਪੰਡ ਹੋਰ ਭਾਰੀ ਕਰ ਦੇਗਾ। ਇੱਕ ਤੇ ਮੇਰੀ ਆਪਣੇ ਦੁੱਖਾਂ ਦੀ ਪੰਡ ਇੱਕ ਹੋਰ ਸੁਣਾ ਕੇ ਭਾਰੀ ਕਰ ਦੇਗਾ। ਸਿਆਣਾ ਮਨੁੱਖ ਆਪਣੇ ਦੁੱਖਾਂ ਦੀ ਪੋਟਲੀ ਕਿਸੇ ਦੇ ਅੱਗੋਂ ਨਹੀਂ ਖੋਲਦਾ। ਤੁਸੀਂ ਖੋਲ ਕੇ ਦੇਖਣਾ। ਇੱਕ ਦੁੱਖ ਆਪਣਾ ਸੁਣਾਓ, ਹੁਣ ਬਾਕੀ ਉਹਦੇ ਸੁਣੋ। ਉਹ ਚੁੱਪ ਹੀ ਨਹੀਂ ਕਰੇਗਾ। ਕਿਸ ਪੇ ਖੋਲੋ ਗੰਠੜੀ ਦੁਖੀ ਭਰਾ ਆਇਆ। ਮੈਂ ਆਪਣੇ ਦੁੱਖਾਂ ਦੀ ਪੰਡ ਕਿਹਦੇ ਅੱਗੋਂ ਖੋਲਾ? ਅਗਲਾ ਪਹਿਲੇ ਹੀ ਖੋਲ ਕੇ ਰੱਖ ਦਿੰਦਾ। ਸਿਆਣੇ ਮਨੁੱਖ ਨਹੀਂ ਸੁਣਾਉਂਦੇ। ਇਹ ਗੱਲ ਵੱਖਰੀ ਹੈ। ਸਿਆਣੇ ਮਨੁੱਖਾਂ ਕੋਲ ਦੁੱਖਾਂ ਦੀ ਪੰਡ ਭਾਰੀ ਬਹੁਤ ਜ਼ਿਆਦਾ ਹੁੰਦੀ ਹੈ। ਸਿਆਣੇ ਨੂੰ ਦੁੱਖ ਜ਼ਿਆਦਾ ਮਹਿਸੂਸ ਹੁੰਦਾ, ਛੋਟਾ ਵੀ ਵੱਡਾ ਮਹਿਸੂਸ ਹੁੰਦਾ ਹੈ। ਕਾਰਨ ਸੁਚੇਤ ਹੈ, ਸਿਆਣਾ ਹੈ। ਦੁੱਖ ਨਾ ਮਹਿਸੂਸ ਹੋਵੇ, ਪੀੜਾ ਨਾ ਮਹਿਸੂਸ ਹੋਵੇ, ਜਗ੍ਹਾ ਨੂੰ ਡਾਕਟਰ ਸੁੰਨ ਕਰ ਦਿੰਦਾ ਆਪਰੇਸ਼ਨ ਕਰਨ ਲੱਗੇ। ਇਸ ਵਾਸਤੇ ਕੁਝ ਜਾਨਵਰ ਨੇ, ਕੁਝ ਪਸ਼ੂ ਨੇ ਇਤਨੀ ਪੀੜਾ ਨਹੀਂ ਮਹਿਸੂਸ ਕਰਦੇ ਜਿਤਨਾ ਮਨੁੱਖ ਕਰਦਾ। ਇਹ ਵੀ ਮਹਿਸੂਸ ਕੀਤਾ। ਇਸ ਵਾਸਤੇ ਕੁਝ ਵਿਦਵਾਨਾਂ ਨੇ, ਜੀਵ ਸ਼ਾਸਤਰੀਆਂ ਨੇ ਐਸਾ ਵੀ ਕਹਿ ਦਿੱਤਾ ਹੈ, ਐਸੇ ਵੀ ਜੀਵ ਨੇ ਪੀੜਾ ਮਹਿਸੂਸ ਕਰ ਸਕਣ, ਇਤਨੀ ਸਮਰੱਥਾ ਹੀ ਨਹੀਂ ਹੈ। ਜੀਵ ਤੇ ਦਾਣਿਆਂ ਵਿੱਚ ਵੀ ਹੈ। ਜੇ ਤੇ ਦਾਣੇ ਅੰਨ ਕੇ ਜੀਆਂ ਆਵਾਜ਼ ਨਾ ਕੋ। ਅਚੇਤ ਨੇ, ਪੀੜਾ ਮਹਿਸੂਸ ਨਹੀਂ ਕਰ ਸਕਦੇ। ਘਾਸ ਦੇ ਵਿੱਚ ਵੀ ਜੀਵ ਹੈ, ਬੜਾ ਪ੍ਰਬਲ ਹੈ। ਇਹ ਗੱਲ ਵੱਖਰੀ ਹੈ। ਹਿਰਦਾ ਕੋਮਲ ਹੋ ਜਾਏ ਤਾਂ ਖੇਡ ਕੁਝ ਹੋਰ ਬਣ ਜਾਂਦੀ ਹੈ। ਰਾਬੀਆ ਇੱਕ ਦਿਨ ਘਾਸ ਤੇ ਬੈਠੀ ਸੀ ਤੇ ਕੁਰਾਨ ਪੜ੍ਹ ਰਹੀ ਸੀ। ਹਸਨ ਨੇ ਕਿਹਾ, ਰਾਬੀਆ, ਘਾਸ ਦੇ ਵਿੱਚ ਵੀ ਜੀਵ ਹੁੰਦਾ ਹੈ। ਤੂੰ ਘਾਸ ਤੇ ਬੈਠੀ ਹੈ। ਰਾਬੀਆ ਨੇ ਵੀ ਕਿਹਾ, ਤੂੰ ਵੀ ਤੇ ਘਾਸ ਤੇ ਚੱਲ ਕੇ ਆ ਰਿਹਾ ਹੈ, ਤੂੰ ਵੀ ਤੇ ਲਿਤਾੜਦਾ ਆ ਰਿਹਾ ਹੈ। ਔਰ ਕਹਿ ਦਿੱਤਾ, ਮੈਨੂੰ ਅਹਿਸਾਸ ਕਰਾਇਆ ਤੂੰ ਬਿਹਤਰ ਹੈ, ਪਰ ਮੈਂ ਕੀ ਕਰਾਂ, ਇਸ ਤੋਂ ਇਲਾਵਾ ਹੋਰ ਕਿੱਥੇ ਬੈਠਾਂ। ਅਚੇਤ ਨੇ। ਅਚੇਤ ਸੁਚੇਤ ਦਾ ਵਰਤਣ ਬਲੇਵਾ ਹੈ। ਅਚੇਤ ਸੁਚੇਤ ਦੀ ਖੁਰਾਕ ਵੀ ਹੈ। ਇਹ ਵੀ ਮਹਿਸੂਸ ਕਰੋ। ਘਾਸ ਨਾਲੋਂ ਗਊਆਂ, ਮੱਝਾਂ, ਭੇਡਾਂ, ਬੱਕਰੀਆਂ
ਜ਼ਿਆਦਾ ਸੁਚੇਤ ਨੇ। ਬਨਸਪਤੀ ਘਾਸ ਉਹਨਾਂ ਦੀ ਖੁਰਾਕ ਹੈ। ਭੇਡਾਂ ਬੱਕਰੀਆਂ ਹਿਰਨੀਆਂ ਨਾਲੋਂ ਖਰਗੋਸ਼ਾਂ ਨਾਲੋਂ ਸ਼ੇਰ ਜ਼ਿਆਦਾ ਸੁਚੇਤ ਹੈ। ਇਹ ਸਭ ਉਹਨਾਂ ਦੀ ਖੁਰਾਕ ਨੇ। ਖੁਰਾਕ ਕੁਦਰਤ ਜ਼ਿਆਦਾ ਪੈਦਾ ਕਰਦੀ। ਜਿਤਨਾ ਘਾਸ ਪੈਦਾ ਕਰਦੀ ਹੈ ਜੰਗਲਾਂ ਦੇ ਵਿੱਚ, ਇਤਨੇ ਹਿਰਨ ਨਹੀਂ ਨੇ, ਇਤਨੇ ਸਾਂਬਰ ਤੇ ਚਿੱਤਲ ਨਹੀਂ ਨੇ। ਪਰ ਈਸ਼ਵਰ ਜਿਤਨੇ ਚਿੱਤਲ ਹਿਰਨ ਪੈਦਾ ਕਰਦਾ, ਇਤਨੇ ਸ਼ੇਰ ਨਹੀਂ ਨੇ। ਉਹਨਾਂ ਨੂੰ ਖਾਣ ਵਾਲੇ ਇਤਨੇ ਨਹੀਂ ਨੇ। ਰਿਜ਼ਕ ਖਾਣ ਵਾਲੇ ਤੋਂ ਰਿਜ਼ਕ ਹਮੇਸ਼ਾ ਹੀ ਜ਼ਿਆਦਾ ਹੁੰਦਾ ਹੈ। ਤੇ ਫਿਰ ਰਿਜ਼ਕ ਖਾਣ ਵਾਲਾ ਬਾਅਦ ਵਿੱਚ ਪੈਦਾ ਹੁੰਦਾ ਹੈ, ਰਿਜ਼ਕ ਪਹਿਲੇ ਪੈਦਾ ਹੁੰਦਾ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ। ਪਹਿਲੇ ਦੇਤੇ ਰਿਜ਼ਕ ਸੰਭਾਹਾ, ਪਾਛੇ ਦੇਤੇ ਜੰਤ ਉਪਾਹਾ। ਰਿਜ਼ਕ ਪਹਿਲੇ ਪੈਦਾ ਹੁੰਦਾ ਹੈ, ਰਿਜ਼ਕ ਨੂੰ ਖਾਣ ਵਾਲਾ ਬਾਅਦ ਵਿੱਚ। ਇਹਦੇ 'ਚ ਉਦਾਹਰਨ ਇੱਕ ਬੜਾ ਬਾਕਮਾਲ ਦਿੱਤਾ ਹੈ ਈਰਾਨੀ ਸੂਫੀ ਸੰਤ ਨੇ। ਉਹ ਕਹਿੰਦਾ ਹੈ ਗਮੇ ਰੋਜ਼ੀ ਮਖੁਰ, ਰਿਜ਼ਕ ਦਾ ਗਮ ਨਾ ਕਰੇ, ਉੱਕੀ ਨਾ ਕਰੇ। ਕਿਉਂ? ਗਮੇ ਰੋਜ਼ੀ ਮਖੁਨ ਮਜ਼ਨ ਔਰਾ ਕੇ ਦਫਤਰ ਰਾ ਕੇ ਪੇਸ਼ੇ ਅਸਤਿਫਲ ਏਜ਼ਤ ਕਲ ਕੁਨਦ ਪਸਤਾਨੇ ਮਾਦਰ ਰਾ। ਮਾਂ ਦੇ ਅਸਥਣਾ ਦੇ ਚ ਦੁੱਧ ਪਹਿਲੇ ਪੈਦਾ ਹੁੰਦਾ ਹੈ, ਬੱਚੇ ਦਾ ਜਨਮ ਬਾਅਦ ਵਿੱਚ ਹੁੰਦਾ ਹੈ। ਰਿਜ਼ਕ ਪਹਿਲੇ। ਸ਼ੇਖ ਸਾਦੀ, ਮੈਂ ਕਿਉਂ ਗਮ ਕਰਾਂ? ਬੱਚੇ ਦਾ ਜਨਮ ਬਾਅਦ ਵਿੱਚ ਆਉਂਦਾ ਹੈ, ਰਿਜ਼ਕ ਪਹਿਲੇ ਬਣ ਜਾਂਦਾ ਹੈ, ਪਹਿਲੇ ਬਣ ਜਾਂਦਾ ਹੈ। ਪਹਿਲੇ ਦੇਤੇ ਰਿਜ਼ਕ ਸੰਭਾਹਾ, ਸਤਿਗੁਰਾਂ ਦੀ ਬਾਣੀ। ਪਾਛੇ ਦੇਤੇ ਜੰਤ ਉਪਾਹਾ। ਜੋ ਜਿਤਨਾ ਅਚੇਤ ਹੈ ਉਸ ਤੋਂ ਉੱਚਾ ਜੋ ਸੁਚੇਤ ਹੈ, ਉਸਦੀ ਉਹ ਖੁਰਾਕ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਉਹਦੀ ਉਹ ਖੁਰਾਕ ਹੈ। ਜਿਤਨਾ ਸੁਚੇਤ ਮਨੁੱਖ ਪ੍ਰਾਣੀ ਹੋਵੇਗਾ, ਉਤਨਾ ਪੀੜਾ ਜ਼ਿਆਦਾ ਮਹਿਸੂਸ ਕਰੇਗਾ, ਦੁੱਖ ਜ਼ਿਆਦਾ ਮਹਿਸੂਸ ਕਰੇਗਾ। ਸਾਰੀ ਕਾਇਨਾਤ ਦੇ ਚੋਂ ਮਨੁੱਖ ਜ਼ਿਆਦਾ ਸੁਚੇਤ ਹੈ, ਇਸ ਵਾਸਤੇ ਦੁੱਖ ਇਸ ਨੂੰ ਜ਼ਿਆਦਾ ਮਹਿਸੂਸ ਹੁੰਦਾ ਹੈ। ਫਿਰ ਮਨੁੱਖਾਂ ਦੇ ਚੋਂ ਜਿਹੜਾ ਦਾਰਸ਼ਨਿਕ ਚਿੰਤਕ ਫਿਲਾਸਫਰ ਗਹਿਰ ਗੰਭੀਰ ਹੈ, ਉਹ ਜਿਤਨੀ ਪੀੜਾ ਮਹਿਸੂਸ ਕਰਦਾ ਹੈ, ਆਮ ਮਨੁੱਖ ਇਤਨੀ ਨਹੀਂ ਕਰਦਾ। ਇਹ ਵੀ ਮੈਂ ਅਰਜ਼ ਕਰਦਾ, ਉਹ ਜ਼ਿਆਦਾ ਕਰਦਾ ਹੈ ਕਿਉਂਕਿ ਜ਼ਿਆਦਾ ਸੁਚੇਤ ਹੈ। ਮੈਂ ਹੁਣੇ ਅਰਜ਼ ਕੀਤੀ ਹੈ, ਜੈਸੇ ਜੈਸੇ ਕੋਈ ਅਚੇਤ ਹੋਵੇਗਾ ਪੀੜਾ ਘੱਟ ਮਹਿਸੂਸ ਹੋਵੇਗੀ, ਘੱਟ ਮਹਿਸੂਸ ਹੋਵੇਗੀ। ਕੋਈ ਇੱਕ ਐਸਾ ਵੀ ਆਉਂਦਾ ਹੈ, ਜਿਵੇਂ ਚਲੋ ਇਸ਼ਾਰਾ ਕਰ ਦਈਏ, ਕੁਝ ਘੋੜੇ ਐਸੇ ਨੇ ਜਿੰਨੇ ਚਿਰ ਤੱਕ ਚਾਬਕ ਮਾਰੋ ਨਾ ਨਹੀਂ ਚੱਲਦੇ। ਕੁਝ ਐਸੇ ਨੇ ਬਸ ਕੌੜਾ ਫਟਕਾਰਨਾ ਤੇ ਪੈਂਦਾ, ਮਾਰਨਾ ਨਹੀਂ ਪੈਂਦਾ, ਚੱਲ ਪੈਂਦੇ। ਕੁਝ ਸਿਰਫ ਆਵਾਜ਼ ਕਰਨੀ ਪੈਂਦੀ ਹੈ, ਚੱਲ ਪੈਂਦੇ ਨੇ। ਪਰ ਅਤਿਅੰਤ ਸਿਆਣਾ ਘੋੜਾ ਇਸ਼ਾਰੇ ਨਾਲ ਹੀ ਚੱਲ ਪੈਂਦਾ, ਇਸ਼ਾਰੇ ਨਾਲ ਵੀ ਚੱਲਦਾ। ਇਸ ਨੂੰ ਇੰਜ ਬਿਆਨ ਕੀਤਾ ਜਾਂਦਾ ਹੈ, ਜਿਹੜਾ ਮਨੁੱਖ ਸਿਰਫ ਇਸ਼ਾਰਾ ਹੀ ਸਮਝ ਜਾਂਦਾ ਹੈ, ਬਹੁਤ ਸਿਆਣਾ ਹੈ, ਬਹੁਤ ਸਿਆਣਾ ਹੈ। ਤੇ ਜੋ ਕਹਿਣ ਤੇ ਥੋੜਾ ਜਿਹਾ ਸਮਝਦਾ ਹੈ, ਉਹਨਾਂ ਨੇ ਬਕਾਇਦਾ ਅਵਸਥਾਵਾਂ ਬਣਾਈਆਂ ਗਈਆਂ, ਨਾਮ ਦਿੱਤੇ ਹੋਏ ਨੇ। ਜੋ ਇਸ਼ਾਰੇ ਨੂੰ ਸਮਝ ਜਾਂਦਾ ਦੇਵਤਾ ਹੈ ਤੇ ਫਰਿਸ਼ਤਾ ਹੈ। ਜੋ ਕਹਿਣ ਤੇ ਸਮਝਦਾ ਹੈ ਮਨੁੱਖ ਹੈ, ਤੇ ਜੋ ਕਹਿਣ ਤੇ ਵੀ ਨਹੀਂ ਸਮਝਦਾ, ਇਹਨੂੰ ਮਨੁੱਖ ਕਹਿਣ ਦੀ ਲੋੜ ਨਹੀਂ, ਪਸ਼ੂ ਹੈ, ਪਸ਼ੂ ਹੈ। ਜਿੱਥੇ ਬੋਲਿਆ ਵੀ ਵਿਅਰਥ ਚਲਾ ਜਾਂਦਾ, ਜਿੱਥੇ ਬੜੇ ਬੜੇ ਅਵਤਾਰਾਂ ਦੇ ਬੋਲ ਵੀ ਵਿਅਰਥ ਚਲੇ ਜਾਂਦੇ, ਜਿੱਥੇ ਗੁਰੂ ਪੈਗੰਬਰਾਂ ਦੇ ਬੋਲ ਵੀ ਵਿਅਰਥ ਚਲੇ ਜਾਂਦੇ ਨੇ, ਬੜੇ ਬੜੇ ਬਜ਼ੁਰਗਾਂ ਦੇ ਬੋਲ ਵੀ ਵਿਅਰਥ ਚਲੇ ਜਾਂਦੇ ਨੇ, ਇਹਨੂੰ ਮਨੁੱਖ ਕਹਿਣ ਦੀ ਵੀ ਕੀ ਲੋੜ ਹੈ, ਤੇ ਪਸ਼ੂ ਹੈ। ਇਸ਼ਾਰਾ ਸਮਝਦਾ ਹੈ, ਫਰਿਸ਼ਤਾ ਹੈ, ਦੇਵਤਾ ਹੈ। ਤਾਂ ਮੈਂ ਅਰਜ਼ ਕਰਾਂ, ਜੋ ਇਤਨਾ ਸਿਆਣਾ ਮਨੁੱਖ ਹੈ ਕਿ ਦੇਵਤਾ ਹੈ, ਇਹਨੂੰ ਪੀੜਾ ਜ਼ਿਆਦਾ ਹੋਵੇਗੀ, ਦੁੱਖ ਜ਼ਿਆਦਾ ਹੋਵੇਗਾ।
जितना मनुख चेतन होवे छोटी पीड़ा बहुत वड्डी लगेगी, जितना अचेत है बहुत वड्डी पीड़ा छोटी लगेगी। ये भी मैं अर्ज करती हूं। किसी ਨੂੰ ਮਾਮੂਲੀ ਜਿਹਾ ਵੀ ਅਪਜਸ ਆਤਮ ਹੱਤਿਆ ਤੇ ਮਜਬੂਰ ਕਰ ਦਿੰਦਾ ਹੈ, ਤੇ ਕਿਸੇ ਦਾ ਰੋਜ਼ ਪਹਾੜਾਂ ਜੈਸਾ ਅਪਜਸ ਹੁੰਦਾ ਹੈ, ਸਿਰ ਤੇ ਜੂੰ ਵੀ ਨਹੀਂ ਰਹਿੰਦੀ, ਕੁਛ ਵੀ ਨਹੀਂ, ਕੁਛ ਵੀ ਨਹੀਂ। जितना सियाणा महसूस मनुख होवेगा उतनी मानसिक ते शरीरक पीड़ा ज्यादा महसूस करेगा, क्योंकि ज्यादा महसूस करने वास्ते उहदे कोल ज्यादा समझ है, ज्यादा चेतना है, ज्यादा सुचेत है। यही ते कारण है जदा ऑपरेशन डॉक्टर करता है अचेत कर देंदा है, सुन कर देंदा है, बेहोश कर देंदा है। बेहोश मनुख नूं पीड़ा नहीं होंदी, बेहोश मनुख ਨੂੰ दर्द नहीं आਉਂਦਾ। जीव भी कई ऐसे ने जन्म तो लैके मरण तक बेहोश ही ने, पीड़ा नहीं महसूस करते। मनुखां दे जो सब तो ज्यादा सियाणा है पीड़ा महसूस करता है, और ये बहुत सियाणा मनुख होवेगा जिन्हों गुरु का शब्द तीर की तरह लगे। नहीं लगता, बथेरियां नूं नहीं लगता। तीर भी इंज लग्या जिवें दिल दे च नहीं पत्थर ते लग्या। की लग्या? कुछ भी नहीं लग्या, कुछ भी नहीं लगा। ये चेतन नहीं है, अचेत है, जड़ है। हो रहा है पाठ, हो रहा है कीर्तन, हो रही है कथा, पढ़ रहे है बाणी, कुछ भी नहीं हो रहा। अचेत है, बहुत अचेत है। थोड़ा जिहा ध्यान देवेगा ਇਹਦਾ ਸੁਚੇਤਪਣਾ ਵਧੇਗਾ। मैं फिर अर्ज करा, इसे वास्ते धर्म नो ध्यान साधना के। और जितना सुचेत होवेगा पीड़ा ਵਧੇਗੀ। गुरु रामदास जी महाराज फरमान करते ने, गुरु दा बचन की सुने तीर दी तरह लगे। अंतर प्यास उठी प्रभ केरी, सुन गुर बचन मन तीर लगैया। इस शब्द ते तीर दी तरह लगे तो पीड़ भी हो गई है। मन की बिरथा मन ही जाने, अवर के जाने को पीर परैया। गुरु दा शब्द सुन के पीड़ नहीं हुई, ये अचेत प्राणी है, सुता हुआ है, अचेत, कुछ भी नहीं। अजे इसकी अवस्था बनेगी, सुचेत होवेगा, अजे नहीं। मन के बिरथा मन ही जाने, अवर के जाने को पीर परैया। ये पीर दूजा किस तरह जाने, ते लागी होए सो जाने पीर। कदी किसी का कन दुखे है तो उन्होंने पता है कन का दर्द की होंदा। दाढ़ दुखी है तो फिर उसनों पता चलता है दाढ़ दुखण की पीड़ा की होंदी है। ये दर्द शब्द का तीर लग्या होवे, ये तो ऊंजी भी कोई हजारां च एक अद होंदा है, बहुत थोड़े होंदे। पर मैं अर्ज करा, रूहे जमीन ते इस तरह की कोई पीड़ नहीं जैसी ये पीड़ है। क्यों? ये मनुख जितना सुन सुन के सुचेत होंदा है, शब्द का तीर उसे नूं लगदा, दूजे नूं नहीं लगता, नहीं लगता, पता ही नहीं लगता। इस वास्ते मैनू महात्मा बुद्ध की एक कथा याद आ गई है सामने। एक दिन एक चट्टान सी बहुत वड्डी, उन्होंने ढो ला के वडेरी उम्र दे हो गए सन, 84 साल तक जिंदा रहे ने महात्मा बुद्ध। बुजुर्ग हो गए सन, बिरध हो गए सन। उस पत्थर की चट्टान नाल ढो ला के बैठना ते अपने ਸਰੋਤਿਆਂ ਨੂੰ सुणांदे सन शाम के समय। एक दिन गल निराली हो गई, चट्टान की तरफ मुंह कर बैठे, ਸਰੋਤਿਆਂ की तरफ पिठ कर बैठे। इस तरह कदी होया नहीं।
ਅੱਜ ਇਸ ਤਰ੍ਹਾਂ ਕਰ ਬੈਠੇ। ਜੋ ਸਭ ਤੋਂ ਨਿਕਟਵਰਤੀ ਸੀ ਉਹਨਾਂ ਦਾ ਚਚੇਰਾ ਵਿਰਾਜ, ਉਹਨਾਂ ਦਾ ਚੇਲਾ ਬਣ ਗਿਆ ਸੀ ਆਨੰਦ। ਉਹਨੇ ਆਖਿਆ ਭਗਵਾਨ ਆਪ ਤੇ ਚਟਾਨ ਦੀ ਤਰਫ ਮੂੰਹ ਕਰ ਬੈਠੇ ਹੋ, ਪੱਥਰ ਦੀ ਤਰਫ। ਸਰੋਤੇ ਤੇ ਇਧਰ ਬੈਠੇ ਨੇ। ਪਤਾ ਹੈ ਮਹਾਤਮਾ ਬੁੱਧ ਨੇ ਸਮਝਾਉਣ ਵਾਸਤੇ ਕੀ ਆਖਿਆ, ਮੈਂ ਇਸ ਪੱਥਰ ਦੇ 'ਚ ਇਹਨਾਂ ਸਰੋਤਿਆਂ 'ਚ ਕੋਈ ਫਰਕ ਨਹੀਂ ਸਮਝਦਾ। ਉਧਰ ਮੂੰਹ ਕਰ ਦਿੱਤਾ, ਇਧਰ ਮੂੰਹ ਕਰ ਦਿੱਤਾ, ਇੱਕੋ ਹੀ ਗੱਲ ਹੈ। ਮੇਰੇ ਕਹਿਣ ਨਾਲ ਨਾ ਉਹਨਾਂ ਨੇ ਬਦਲਣਾ ਨਾ ਇਹਨੇ ਬਦਲਣਾ, ਕੁਛ ਇੱਕੋ ਹੀ ਕੁਛ। ਅਗਲੀ ਗੱਲ ਜਿਹੜੀ ਉਸਨੇ ਕਹੀ ਹੈ ਧੰਮਪਦ ਦੇ 'ਚ ਲਿਖੀ ਹੋਈ ਹੈ, ਰੋਜ਼ ਬੋਲਦਾ ਮੈਂ, ਰੋਜ਼ ਬੋਲਦਾ, ਪੱਥਰਾਂ 'ਚ ਬੋਲਦਾ, ਪੱਥਰਾਂ ਦੇ ਇਕੱਠ, ਵਨਕੀ ਦੇ ਪੱਥਰ, ਛੋਟੇ ਵੱਡੇ ਪੱਥਰ, ਇੰਜ ਕਹਿ ਦਿੱਤਾ ਹੈ। ਧੰਮਪਦ ਦੀ ਇਹ ਗਾਥਾ ਮੈਂ ਤੁਹਾਨੂੰ ਸਰਵਨ ਕਰਾ ਰਿਹਾ। ਬੋਧੀਆਂ ਦਾ ਜਿਹੜਾ ਧਰਮ ਗ੍ਰੰਥ ਹੈ ਉਹਨੂੰ ਧੰਮਪਦ ਕਹਿੰਦੇ ਨੇ, ਧੰਮਪਦ। ਮਹਾਤਮਾ ਬੁੱਧ ਕਹਿੰਦੇ ਨੇ ਮੈਂ ਰੋਜ਼ ਪੱਥਰਾਂ 'ਚ ਬੋਲਦਾ। ਮਨੁੱਖ ਤੇ ਕਦੀ ਕਦਾਈ ਕੋਈ ਕਦ ਮਿਲਦਾ ਹੈ, ਪੱਥਰਾਂ 'ਚ ਬੋਲਦਾ। ਮੇਰੇ ਕਹਿਣ ਨਾਲ ਜੈਸੇ ਪੱਥਰ ਨਹੀਂ ਬਦਲਦੇ, ਇਹ ਵੀ ਨਹੀਂ ਬਦਲਦਾ। ਬਿਲਕੁਲ ਅਚੇ, ਬਿਲਕੁਲ ਅਚੇ। ਥੋੜਾ ਜਿਹਾ ਵੀ ਧਿਆਨ ਦੇਣ ਤੇ ਸੁਚੇਤ ਹੋ ਜਾਣ, ਨਹੀਂ ਦੇਂਦੇ। ਥੋੜੇ ਜਿਹਾ ਵੀ ਧਿਆਨ ਪੂਰਵਕ ਬਾਣੀ ਪੜਨ ਤੇ ਸੁਚੇਤ ਹੋ ਜਾਣ। ਜਿਤਨੇ ਸੁਚੇਤ ਹੁੰਦੇ ਜਾਣਗੇ ਪੀੜਾ ਵੱਧਦੀ ਜਾਏਗੀ। ਸ਼ਬਦ ਤੀਰ ਦੀ ਤਰ੍ਹਾਂ ਉਸ ਨੂੰ ਲੱਗੇਗਾ ਜੋ ਬਹੁਤ ਜ਼ਿਆਦਾ ਸੁਚੇਤ ਹੋ ਗਿਆ। ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਨ ਗੁਰ ਬਚਨ ਮਨ ਤੀਰ ਲਗਈਆ। ਤੀਰ ਦਾ ਕੰਮ ਕੀ ਹੈ? ਤਨ ਨੂੰ ਲੱਗੇ, ਖੂਨ ਨਿਕਲਦਾ ਹੈ, ਖੂਨ ਦੇ ਫੁਆਰੇ ਛੁੱਟ ਪੈਂਦੇ ਨੇ। ਐਸੀ ਹਾਲਤ ਦੇ 'ਚ ਕੰਠ ਖੁਸ਼ਕ ਹੋ ਜਾਂਦਾ ਜਦ ਖੂਨ ਬਹੁਤਾ ਨਿਕਲੇ। ਤੜਪਦਾ ਹੋਇਆ ਮਨੁੱਖ ਕਹਿੰਦਾ ਹੈ ਹਾਏ ਪਾਣੀ, ਹਾਏ ਪਾਣੀ, ਹਾਏ ਪਾਣੀ। ਉਹਨੂੰ ਪਾਣੀ ਚਾਹੀਦਾ। ਆਯੁਰਵੇਦ ਆਚਾਰੀਆ ਤਾਂ ਐਸੇ ਕਹਿੰਦੇ ਨੇ ਕਿ ਤੜਪਦੇ ਹੋਏ ਮਨੁੱਖ ਦੇ ਮੂੰਹ ਦੇ 'ਚ ਪਾਣੀ ਪਾ ਦੇਈਏ, ਉਹਨੂੰ ਵਕਤੀ ਤੌਰ ਤੇ ਬਚਾਇਆ ਜਾ ਸਕਦਾ ਹੈ। ਤੜਪਦੇ ਮਨੁੱਖਾਂ 'ਚ ਹੀ ਭਾਈ ਕਨਈਆ ਜੀ ਪਾਣੀ ਪਾਉਂਦੇ ਸਨ। ਉਹ ਤੜਪ ਰਿਹਾ, ਉਹ ਤੜਪ ਰਿਹਾ, ਉਹ ਤੜਪ ਰਿਹਾ, ਪਾਣੀ ਪਾਉਂਦੇ। ਤੜਪਦਾ ਹੋਇਆ ਮਨੁੱਖ ਜਿਸ 'ਚ ਖੂਨ ਬਹੁਤਾ ਨਿਕਲ ਗਿਆ, ਉਹਦੀ ਜ਼ਬਾਨ, ਉਹਦੇ ਕੰਠ 'ਚੋਂ ਇੱਕੋ ਹੀ ਬੋਲ ਨਿਕਲਦਾ, ਹਾਏ ਪਾਣੀ, ਹਾਏ ਪਾਣੀ, ਹਾਏ ਪਾਣੀ। ਸ਼ਬਦ ਦਾ ਤੀਰ ਮਨ ਨੂੰ ਲੱਗਿਆ, ਮਨ ਦੇ 'ਚੋਂ ਲੋਭ ਨਿਕਲ ਜਾਂਦਾ ਹੈ, ਮਨ ਦੇ 'ਚੋਂ ਹੰਕਾਰ ਨਿਕਲ ਜਾਂਦਾ ਹੈ, ਮਨ 'ਚੋਂ ਵਾਸ਼ਨਾ ਛੀਣ ਆਉਂਦੀ ਹੈ। ਇਹੀ ਮਨ ਦੀ ਜ਼ਿੰਦਗੀ ਹੈ। ਇਹ ਖੂਨ ਤਨ ਦੀ ਜ਼ਿੰਦਗੀ ਹੈ, ਵਾਸ਼ਨਾ ਮਨ ਦੀ ਜ਼ਿੰਦਗੀ ਹੈ। ਇਹ ਖੂਨ ਤਨ ਦਾ ਜੀਵਨ ਹੈ, ਹੰਕਾਰ ਮਨ ਦਾ ਜੀਵਨ ਹੈ। ਇਸੇ ਤੇ ਜੀ ਰਿਹਾ ਹੈ। ਇਹ ਖੂਨ ਤਨ ਦੀ ਜ਼ਿੰਦਗੀ ਹੈ, ਇਹ ਲੋਭ ਮਨ ਦੀ ਜ਼ਿੰਦਗੀ ਹੈ। ਇਸੇ ਦੇ ਆਸੇ ਤੇ ਜੀ ਰਿਹਾ, ਮਨ ਦਾ ਢਾਂਚਾ ਖੜਾ ਹੈ। ਸ਼ਬਦ ਦਾ ਜ਼ਬਾਨ ਨੂੰ ਵਰਤ ਕੇ ਕਹਿੰਦਾ ਹੈ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਇੱਕ ਪਿਆਸਾ ਮਨੁੱਖ ਜਦ ਕਹਿੰਦਾ ਹੈ ਹਾਏ ਪਾਣੀ, ਹਾਏ ਪਾਣੀ, ਉਹ ਗੱਲ ਕੁਝ ਹੋਰ ਹੈ। ਪਿਆਸ ਹੀ ਨਹੀਂ ਲੱਗੀ, ਲੱਗੀ ਨਹੀਂ ਕਿ ਕਹਿੰਦਾ ਹੈ ਹਾਏ ਪਾਣੀ, ਹਾਏ ਪਾਣੀ। ਇਹਨਾਂ ਦੋਹਾਂ ਦੇ ਜ਼ਮੀਨ ਆਸਮਾਨ ਦਾ ਫਰਕ। ਸ਼ਬਦ ਦਾ ਤੀਰ ਲੱਗਿਆ ਤੇ ਕਹਿ ਰਿਹਾ ਵਾਹਿਗੁਰੂ, ਵਾਹਿਗੁਰੂ। ਇਹ ਗੱਲ ਕੁਝ ਹੋਰ ਹੈ, ਤੀਰ ਲੱਗਿਆ ਹੀ ਨਹੀਂ। ਅਜੇ ਕੋਈ ਚੋਟ ਨਹੀਂ ਖਾਦੀ ਮਨ ਨੇ ਤੇ ਕਰ ਰਿਹਾ ਵਾਹਿਗੁਰੂ, ਵਾਹਿਗੁਰੂ। ਇਹਨਾਂ ਦੋਹਾਂ 'ਚ ਜ਼ਮੀਨ ਆਸਮਾਨ ਦਾ ਫਰਕ। ਮੈਂ ਫਿਰ ਅਰਜ਼ ਕਰਾਂ, 10 ਬੰਦੇ ਜਪ ਕਰ ਰਹੇ ਹੋਣ, 10 ਦੀ ਮਾਨਸਿਕ ਅਵਸਥਾ ਅਲੱਗ ਹੋਵੇ। ਜਿਸ ਦਾ ਜਿਤਨਾ ਧਿਆਨ ਗਹਿਰਾ ਹੋਵੇਗਾ, ਸ਼ਬਦ ਦਾ ਉਤਨਾ ਹੀ ਅਸਰ ਹੋਵੇਗਾ, ਉਹਦੇ ਧਿਆਨ ਨੂੰ ਹੋਰ ਜਗਾਉਂਦਾ ਜਾਏਗਾ।
ਸ਼ਬਦ ਹੁਣ ਤੀਰ ਦੀ ਤਰ੍ਹਾਂ ਲੱਗਿਆ, ਧਿਆਨ ਬਹੁਤਾ ਜਾਗ ਗਿਆ, ਬਹੁਤਾ ਸੁਚੇਤ ਹੋ ਗਿਆ, ਇਹਨੇ ਤੇ ਪੀੜਾ ਪੈਦਾ ਕਰ ਦਿੱਤੀ ਹੈ। ਹੁਣ ਮੈਂ ਅਰਜ਼ ਕਰਾਂ, ਇਹ ਪੀੜਾ ਕਿਤਨੀ ਕੁ ਹੈ? ਕਿਸ ਨਾਲ? ਕੰਨ ਦਾ ਜੋ ਦਰਦ ਆਉਂਦਾ ਹੈ, ਜਾਂ ਦਾੜ ਦੁਖਦੀ ਹੈ, ਜਾਂ ਮੱਥਾ ਜੋ ਦੁਖਦਾ ਹੈ, ਕਿਹੜੀ ਪੀੜਾ ਨਾਲ ਤਸ਼ਬੀਹ ਦਈ ਹੈ? ਭਾਈ ਗੁਰਦਾਸ ਜੀ ਨੇ ਦਿੱਤੀ, ਉਹ ਮੈਂ ਤੁਹਾਡੇ ਸਾਹਮਣੇ ਰੱਖਾਂ। ਭਾਈ ਸਾਹਿਬ ਭਾਈ ਗੁਰਦਾਸ ਜੀ, ਗੁਰੂ ਘਰ ਦੇ ਵੇਦ ਵਿਆਸ ਔਰ ਗੁਰਬਾਣੀ ਦੇ ਪਹਿਲੇ ਟੀਕਾਕਾਰ, ਇਸ ਵਾਸਤੇ ਆਪ ਦੇ ਕਲਾਮੇ ਪਾਕ ਨੂੰ ਕੁੰਜੀ ਕਿਹਾ ਜਾਂਦਾ ਹੈ, ਸ਼ਬਦਾਂ ਦੀ ਕੁੰਜੀ ਖੋਲ੍ਹਦੇ। ਇਹ ਪੀੜਾ ਕਿਤਨੀ ਆਉਂਦੀ ਹੈ? ਹੁਣ ਜਿਤਨੀ ਪੀੜਾ ਦਾ ਉਹ ਜ਼ਿਕਰ ਕਰ ਰਹੇ ਨੇ, ਇਹ ਤੁਸੀਂ ਆਪ ਗਿਣਤੀ ਕਰਦੇ ਜਾਣਾ। ਅਗਨ ਜਰਤ ਜਲ ਬੂੜਤ ਸਰਪ ਗ੍ਰਸੇ, ਸ਼ਸਤਰ ਅਨੇਕ ਰੋਮ ਰੋਮ ਕਰ ਗਾਤ ਹੈ। ਬਲਦੀ ਹੋਈ ਅੱਗ ਦੇ 'ਚ ਮਨੁੱਖ ਗਿਰ ਜਾਏ ਜ਼ਿੰਦਾ, ਤੇ ਨਿਕਲਣ ਦਾ ਕੋਈ ਸਾਧਨ ਨਾ ਹੋਵੇ, ਤੇ ਜ਼ਿੰਦਾ ਅੱਗ ਦੇ 'ਚ ਜਲ ਰਿਹਾ ਹੋਵੇ। ਭਾਈ ਸਾਹਿਬ ਕਹਿੰਦੇ ਨੇ ਇਹ ਪੀੜਾ ਇਕੱਠੀ ਕਰੀਏ। ਅਗਨ ਜਰਤ ਜਲ ਬੂੜਤ, ਬੜੇ ਗਹਿਰੇ ਪਾਣੀ ਦੇ 'ਚ ਡੁਬਕੀ ਲੱਗ ਰਹੀ ਹੋਵੇ, ਗੋਤੇ ਖਾ ਰਿਹਾ ਹੋਵੇ, ਡੁੱਬ ਰਿਹਾ ਹੋਵੇ, ਤੇ ਬਚਣ ਦਾ ਕੋਈ ਸਾਧਨ ਨਾ ਹੋਵੇ। ਉਸ ਵਕਤ ਸਰੀਰਕ ਤੇ ਮਾਨਸਿਕ ਜੋ ਪੀੜਾ ਹੁੰਦੀ ਹੈ, ਭਾਈ ਜੀ ਕਹਿੰਦੇ ਨੇ ਉਹ ਵੀ ਇਕੱਠੀ ਕਰੀਏ। ਅਗਨ ਜਰਤ ਜਲ ਬੂੜਤ ਸਰਪ ਗ੍ਰਸੇ, ਕੋਬਰਾ ਫਨੀਅਰ ਨਾਗ ਸੱਪ ਡੰਗ ਮਾਰ ਜਾਏ, ਜ਼ਹਿਰ ਚੜਨੀ ਸ਼ੁਰੂ ਹੋ ਜਾਏ, ਤੇ ਉਹਦਾ ਸਦਕਾ ਪ੍ਰਾਣ ਨਿਕਲਣੇ ਸ਼ੁਰੂ ਹੋ ਜਾਣ। ਉਸ ਸਮੇਂ ਜੋ ਮਾਨਸਿਕ ਤੇ ਸਰੀਰਕ ਪੀੜਾ ਹੁੰਦੀ ਹੈ, ਭਾਈ ਜੀ ਕਹਿੰਦੇ ਨੇ ਇਹ ਵੀ ਇਕੱਠੀ ਕਰੀਏ, ਜੋੜਦੇ ਜਾ ਰਹੇ ਨੇ। ਅਗਨ ਜਰਤ ਜਲ ਬੂੜਤ ਸਰਪ ਗ੍ਰਸੇ, ਸ਼ਸਤਰ ਅਨੇਕ ਰੋਮ ਰੋਮ ਕਰਗਾਤ ਹੈ। ਅਨੇਕਾਂ ਤਰ੍ਹਾਂ ਦੇ ਸ਼ਸਤਰਾਂ ਦੇ ਨਾਲ ਰੋਮ ਰੋਮ ਜ਼ਖਮੀ ਹੋਵੇ, ਤੇ ਰੋਮ ਰੋਮ ਦੇ ਚੋਂ ਖੂਨ ਨਿਕਲ ਰਿਹਾ ਹੋਵੇ। ਕਿਤਨੀ ਪੀੜਾ ਹੋਵੇਗੀ? ਇੱਕ ਰੋਮ ਜ਼ਖਮੀ ਨਹੀਂ, ਸਾਰੇ। ਮੌਲਾਨਾ ਰੂਮ ਤੇ ਕਹਿੰਦੇ ਨੇ, ਹਮਾ ਤਨ ਦਾਗਦਾਰ ਸ਼ੁਦਮ, ਪੁੰਬਾ ਕੁਜਾ ਕੁਜਾ ਨੇ ਹਮ। ਹਕੀਮ ਨੂੰ ਕਹਿੰਦੇ ਨੇ, ਕਿਹੜੀ ਕਿਹੜੀ ਥਾਂ ਤੇ ਫਾਇਆ ਲਾਏਗਾ, ਕਿਹੜੀ ਕਿਹੜੀ ਥਾਂ ਤੇ ਮਰਮ ਪੱਟੀ ਕਰੇਗਾ। ਹਮਾ ਤਨ ਦਾਗਦਾਰ ਸ਼ੁਦਮ, ਰੋਮ ਰੋਮ ਦੇ 'ਚ ਜ਼ਖਮ ਹੈ, ਸਾਰਾ ਤਨ ਜ਼ਖਮੀ ਹੈ। ਕਿੱਥੇ ਫਾਇਆ ਲਾਏਗਾ, ਪੱਟੀ ਕਿੱਥੇ ਬੰਨੇਗਾ? ਹਮਾ ਤਨ ਦਾਗਦਾਰ ਸ਼ੁਦਮ, ਪੁੰਬਾ ਕੁਜਾ ਕੁਜਾ ਨੇ ਹਮ। ਇਹ ਫਕੀਰ ਇਸ ਪੀੜਾ ਚੋਂ ਨਿਕਲਿਆ ਤਾਂ ਜ਼ਿਕਰ ਕਰ ਰਿਹਾ, ਇਸ ਦਰਦ ਚੋਂ ਨਿਕਲਿਆ ਤਾਂ ਹੀ ਇਸ ਤੋਂ ਨਿਕਲਿਆ। ਐਵੇਂ ਨਹੀਂ ਗੁਰੂ ਰਾਮਦਾਸ ਜੀ ਮਹਾਰਾਜ ਕੇ ਕਹਿ ਰਹੇ, ਮਨ ਕੀ ਬਿਰਥਾ ਮਨ ਹੀ ਜਾਣੇ। ਇਸ ਅਵਸਥਾ ਨੂੰ ਉਹ ਜ਼ਿਕਰ ਕਰ ਸਕਦਾ ਹੈ, ਕਹਿ ਸਕਦਾ ਹੈ, ਜਿਹਨੂੰ ਇਹ ਪੀੜਾ ਹੋਈ ਹੈ। ਲਾਗੀ ਹੋਏ ਸੋ ਜਾਣੇ ਪੀਰ, ਹਮਾ ਤਨ ਦਾਗਦਾਰ ਸ਼ੁਦਮ, ਪੁੰਬਾ ਕੁਜਾ ਕੁਜਾ ਨੇ ਹਮ। ਕਈ ਹੈਰਾਨ ਵੀ ਆਉਂਦੇ ਨੇ, ਇਤਨੀ ਪੀੜਾ, ਈਸ਼ਵਰੀ ਨਹੀਂ ਹੈ, ਰੱਬੀ ਨਹੀਂ ਹੈ। ਪਰ ਸੂਤ ਦੀ ਪੀੜਾ ਤੋਂ ਲੰਘੇ ਬਿਨਾ ਕੋਈ ਇਸਤਰੀ ਮਾਂ ਨਹੀਂ ਬਣ ਸਕਦੀ, ਕਿਸੇ ਦੀ ਗੋਦ ਹਰੀ ਨਹੀਂ ਹੁੰਦੀ। ਆਪਣੀ ਗੋਦ ਵਿੱਚ ਕੋਈ ਉਸਨੇ ਲਾਲ ਦੇਖਣਾ ਹੈ, ਪਰਸੋਂ ਪੀੜਾ ਤੋਂ ਤੇ ਲੰਘਣਾ ਪੈਂਦਾ ਹੈ। ਇੱਕ ਤਨ ਦੇ ਚੋਂ ਹੋਰ ਤਨ ਨੂੰ ਜਨਮ ਦੇਣਾ ਹੈ, ਬੜੀ ਭਾਰੀ ਤਨ ਦੀ ਪੀੜਾ ਚੋਂ ਲੰਘਣਾ ਪੈਂਦਾ ਹੈ। ਆਪਣੇ ਮਨ ਦੇ ਚੋਂ ਹੀ ਪਰਮਾਤਮਾ ਨੂੰ ਜਨਮ ਦੇਣਾ ਹੈ। ਮਨ ਤੂੰ ਜੋਤ ਸਰੂਪ ਹੈ, ਬੜੀ ਭਿਅੰਕਰ ਮਾਨਸਿਕ ਪੀੜਾ ਤੋਂ ਲੰਘਣਾ ਪੈਂਦਾ। ਈਸ਼ਵਰੀ ਨਹੀਂ ਹੈ, ਰੱਬੀ ਨਹੀਂ ਹੈ। ਪੀੜਾ ਤੜਪਾ ਦੇਗੀ, ਪੀੜਾ ਰੁਲਾ ਦੇਗੀ। ਇਹ ਵੀ ਮੈਂ ਅਰਜ਼ ਕਰਦਾ, ਚਾਹੇ ਤਨ ਦੀ ਪੀੜਾ ਹੈ, ਸੀਮਾ ਤੋਂ ਵੱਧ ਗਈ ਹੈ, ਤੜਪਾ ਦੇਗੀ, ਰੁਲਾ ਦੇਗੀ। ਪੀੜਾ ਚਾਹੇ ਮਾਨਸਿਕ ਹੈ, ਸੀਮਾ ਤੋਂ ਵੱਧ ਗਈ ਹੈ, ਤੜਪਾ ਦੇਗੀ, ਰੁਲਾ ਦੇਗੀ।
मैं तो ऐसा कहण दे कोई संकोच नहीं करता, जिन्ने भगत संत होए ने जितने ओ रोए ने की दुनियादार रोएगा। कोई पुत्र दे विछोड़े च रोया, कोई प्रभता दे विछोड़े च रोया, कोई धन संपदा दे विछोड़े च रोया, भगत भी रोंदे ने। गुरु अर्जन देव जी महाराज दा वाक, हो रह ना सका बिन देखे प्रीतमा, मैं नीर वहे वहे चले जी। बड़ी भयंकर पीड़ा, पीड़ा तड़पा के रुला देगी। कहते ने किसी भी तीरथ दा जल मनुख दे गुनाहां नूं नहीं धोंदा। प्रभु विछोड़ा दी पीड़ा, तड़पे होया मन, निकले दो हंजू, जन्मां जन्मांतरां दे पापां नूं धो देंदे ने, जन्मां जन्मांतरां दे गुनाहां नूं धो देंदे ने। धोने पानी नहीं ने। इसका बहुत बड़ा जिक्र इस वक्त मैं लंबा चौड़ा खुलासा ना करा, भाई साहब जी दे बोल रह जाणगे। भाई साहब कहते ने अनेकां तरह के शस्त्रां दे नाल रोम रोम जख्मी होवे। इस पीड़ा नूं भी इकट्ठा करिए। एक पंक्ति, अगन जरत जल बूढ़त सरप ग्रसे, शस्त्र अनेक रोम रोम कर घात है, बिरथा अनेक अपदा अधीन दीनगत, ग्रीखम और शीत बरखम आए निष्प्रात है। दूसरी पंक्ति, लोड़ा अनेका होवन ते पूरी एक भी ना होवे। ऐसे हालत दे जो शरीरक ते मानसिक पीड़ा होंदी है, भाई जी कहते वो भी इकट्ठी करिए। बहुत सारियां लोड़ां होवन तन दियां मन दियां, पूरियां एक भी ना होवन। पूरी करन दा साधन है ही कोई नहीं। उस समय जो तन शरीरक ते मानसिक पीड़ा होंदी है, भाई जी कहते वो भी इकट्ठी करिए। बिरथा अनेक अपदा अधीन दीनगत, पराई अधीनगी ते रहना पै रहा होवे। कसूर कुछ भी ना आवे तो गालां कड्ढी जाए, गलती कुछ भी नहीं है तो ताड़ना करी जाए। उस समय जो मानसिक पीड़ा होंदी है, भी भुल भी नहीं की ते गालां, गलती भी नहीं की ते ताड़ना, पर अधीन की मजबूरी है, मजबूरी है, कमजोरी है। उस समय जो मानसिक पीड़ा होंदी है वो भी इकट्ठी करिए। शरीर दे कोई भयंकर रोग है, बीमारी है, ये जो पीड़ा है भाई जी कहते हैं ये भी इकट्ठी करिए। ग्रीखम और शीत बरखम आए निष्प्रात है, बड़ी गर्मी है ते धुप दे च रहना पै रहा होवे, लू दे च बचण दा कोई साधन नहीं। कल ही कोई मैनू फोन ते शायद दस रहा सी इंडिया तो, 113 मौतां हो गई महाराष्ट्र ते मध्य भारत दे च। इन्नी भयंकर लू, इन्नी भयंकर अग वरस रही है, बचण दा कोई साधन ना होवे, उपराला ना होवे। बड़ी भयंकर ठंड ते बचण दा कोई साधन नहीं। बहुत जोर दी बारिश ते दिन रात बरखा दे च रहना पै रहा होवे, बचण दा कोई साधन नहीं। ग्रीखम और शीत बरखम आए निष्प्रात है, दिन रात बारिश दे च रहना पै, दिन रात भयंकर ठंड दे च रहना पै, ते दिन रात भयंकर गर्मी दे च रहना। इहदे नाल जो शरीरक ते मानसिक पीड़ा होंदी है, भाई जी कहते हैं वो भी इकट्ठी करिए। तीसरी पंक्ति, गौ द्विज बधु वंश विश्वास बद कोट हत्या, तृष्णा अनेक दुख दोख समगात है। कुछ बज्जर पाप मन्ने हैं ते बज्जर पाप दे करदियां मानसिक कलेश हो जाता है। उस मनुख नूं मानसिक चैन नसीब ही नहीं हो सकता जो बज्जर पाप करे। बज्जर पाप भाई गुरदास जी ने पौड़ियां च भी लंबा चौड़ा खुलासा किया है।
पर उसनों ना सिर्फ इस पंक्ति ਨੂੰ ਤੁਹਾਡੇ ਸਾਹਮਣੇ ਰੱਖਿਓ। ਗਊ ਨੂੰ ਮਾਰਨਾ ਬੱਜਰ ਬਾਪ। ਭਾਈ ਸਾਹਿਬ ਭਾਈ ਗੁਰਦਾਸ ਜੀ। ਗਊ द्विज है। ब्रह्मवेता जो ब्रह्म नाल जुड़ी हुई आत्मा है, ब्राह्मण है। ब्राह्मण किहनूं कहंदे ने? किसी जात का नाम नहीं, ब्रह्म बिंदे से ब्राह्मण। पंडित विद्वान नूं कहंदे ने ब्राह्मण जो ब्रह्म का चिंतन करता है, जात नहीं है। ये भी मैं अर्ज करते हैं। महान टीका भाई मनी सिंह का देख के धन गुरु गोबिंद सिंह जी महाराज ने कह दिता सी, तू तो साडा ज्ञानी सिंह है, तू तो साडा ज्ञानी सिंह है। सारे उसनों ज्ञानी जी कहन लग पे। उस दिन तो बाद गुरु घर दे कथावाचकां नूं या ग्रंथी ਸਿੰਘਾਂ ਨੂੰ ज्ञानी जी कहन लग पे। भाई मनी सिंह तो शुरू है, नहीं तो बाबा जी आखिया जाता सी, भाई साहब कहते सन। इन्ना ही सी पदवी भाई साहब की आउंदी सी या बाबा जी की। ज्ञानी दी चली है भाई मनी सिंह तो, इस तो पहले नहीं सी। ब्राह्मण जो ब्रह्म का चिंतन करता है, उसकी बेइज्जती करनी या उन्हों मारना बज्जर पाप है, नाकाबिले माफ है। गऊ द्विज बधो वंश विश्वास बद कोट हत्या बधो। अपनी इस्त्री नूं मारना अबला है, वह पुरुष के तन का मुकाबला नहीं कर सकती। ऐसा शरीर प्रभु ने उसका बनाया है। ते उस ते जुल्म करना बज्जर पाप। विश्वासघात करना बज्जर पाप। गुरु नाल द्रोह करना बज्जर पाप। अनेका तरह की तृष्णा वस हो के अनर्थ करना बज्जर पाप। इस पंक्ति च इतनी गिनती करते हैं। गौ द्विज बधो वंश विश्वास घात तृष्णा अनेक दुख दोख समघात है। सारा शरीर का चोला इन्हां गुनाहां नाल लिबड़िया हुआ है। हर गुनाह मानसिक बेचैनी पैदा करता है। हर गुनाह, हर पाप। पता नहीं मैं थानू सरवण कराया है कि नहीं। मेरा एक क्लास फैलो सी, कट्ठे पढ़ते रहे हैं खालसा हाई स्कूल दे। देश की वंड हुई हरियाणा फरीदाबाद दे च आ गया। किसी वक्त फरीदाबाद भी पंजाब सी, दिल्ली दे कोल। ते साडी जिहड़ी ट्रेन पिछों आई वो राजस्थान चली गई। रेवलेटेशन डिपार्टमेंट इन्हां गड्डियां नूं थां थां ते भेजदा सी, वंड करदा सी। उन्हां दी ट्रेन फरीदाबाद गई। वो उत्थे वड्डा होया। आप सुन के हैरान हो गए। दिल्ली फरीदाबाद सारे उसदे नाम तो वाकफ। किस करके वाकफ? नामी गुंडा, नामी कातल। पुलिस भी उस तो डरदी सी। कतल कर लैंदा सी, कोई सबूत नहीं, छुट जाता सी, कोई गवाह नहीं। बंदा मारना कीड़ी मारना। जिस गली चो किधरे लंघे लोग दरवाजे बंद कर लेंगे। इतना भयंकर उसका नाम हो गया हरियाणा पुलिस दे, दिल्ली पुलिस दे। लेकिन गजब की गल, किसी भी गुनाह का सबूत नहीं रहने देता और कोई डर का मारा गवाही नहीं देता। उन्होंने पता सी असी गवाही दी नहीं तो दूजे दिन है गए। काफ़ी चिरां तो मैं नाम सुनिया सी, पर बहुत लंबा समा हो गया कभी मिले तो है नहीं सी। मेरा बचपना जवानी च बदलिया, ਉਹਦਾ बचपना जवानी च बदलिया। जवान बन के नामी गुंडा कातल बने। एक दिन फरीदाबाद 10 साल दे 2 दफा जाता है। एक साडे इलाके च महापुरुष होए संत भगत सिंह, उन्हों की बरसी मनाई जाती है। उस ते एक भगत जोधा राम सिंह जी। भगत जोधा राम सिंह जी की बरसी ते मैं पहुंचा।
ਗੁਰਦੁਆਰੇ ਨੇ ਰੈਸਟ ਹਾਊਸ ਅਲੱਗ ਬਣਾਇਆ ਹੈ 4 ਕਮਰਿਆਂ ਦਾ ਆਏ ਗਏ ਲਈ, ਉੱਥੇ ਠਹਿਰਾਂਦੇ। ਮੈਂ ਉੱਥੇ ਠਹਿਰਿਆ ਹੋਇਆ। ਉਹ ਆ ਗਿਆ, ਮੈਨੂੰ ਨਹੀਂ ਪਤਾ ਸੀ ਉਹੀ ਹੈ। ਔਰ ਗਜ਼ਬ ਦੀ ਗੱਲ, ਮੇਰਾ ਕਲਾਸ ਫੈਲੋ, ਮੇਰਾ ਜਿਗਰੀ ਦੋਸਤ ਸੀ ਉਦੋਂ, ਔਰ ਮੇਰਾ ਹਮ ਨਾਮ ਹੈ। ਜੋ ਨਾਮ ਮੇਰਾ ਹੈ, ਮਾਂ ਬਾਪ ਨੇ ਉਹਦਾ ਨਾਮ ਵੀ ਸੰਤ ਸਿੰਘ ਰੱਖਿਆ ਸੀ। ਪਰ ਹੁਣ ਪਤਤ ਸੀ, ਸਿੱਖੀ ਰੂਪ ਵਿੱਚ ਨਹੀਂ ਸੀ। ਆ ਕੇ ਬੈਠਿਆ, ਮੇਰੇ ਕੋਲ 3-4 ਸੱਜਣ ਫਰੀਦਾਬਾਦ ਦੇ ਬੈਠੇ ਸਨ, ਉੱਠ ਕੇ ਚਲੇ ਗਏ। ਮੈਂ ਕਿਹਾ ਹੱਦ ਹੋ ਗਈ, ਅਧੂਰੀ ਗੱਲ ਉਹਨਾਂ ਨੇ ਕੀਤੀ ਸੀ, ਕੁਝ ਗੱਲ ਕਰ ਰਹੇ ਸਨ, ਇੱਕਦਮ ਉੱਠ ਕੇ ਚਲੇ ਗਏ। ਥੋੜੀ ਦੇਰ ਉਹ ਚੁੱਪ ਰਿਹਾ ਤੇ ਮੈਂ ਪੁੱਛ ਲਿਆ ਕਿ ਮੈਂ ਮਿੱਤਰਾ ਕਿਸ ਤਰ੍ਹਾਂ ਆਏ। ਮੇਰਾ ਨਾਂ ਲੈ ਕੇ ਕਹਿਣ ਲੱਗਾ ਮੈਨੂੰ ਪਹਿਚਾਣੇ? ਮੈਂ ਕਿਹਾ ਨਹੀਂ, ਮੈਂ ਤੁਹਾਡਾ ਕਲਾਸ ਫੈਲੋ, ਇਕੱਠੇ ਬੈਠਦੇ ਸੀ, ਤੁਹਾਡਾ ਦੋਸਤ। ਆਪਣਾ ਨਾਂ ਦੱਸਿਆ, ਹੈਰਾਨਗੀ ਹੋਈ ਮੈਨੂੰ। ਹੁਣ ਮੈਂ ਤੇ ਸੁਣ ਚੁੱਕਿਆ ਸੀ, ਨਾਮੀ ਕਾਤਲ, ਨਾਮੀ ਗੁੰਡਾ। ਇਤਨਾ ਉਸਨੇ ਆਖਿਆ ਤੇ ਜ਼ਾਰੋ ਜ਼ਾਰ ਰੋ ਪਿਆ। ਮਨ ਚੋਂ ਇੱਕ ਖਿਆਲ ਤੇ ਨਿਕਲ ਗਿਆ, ਕੋਈ ਅਨਰਥ ਕਰਨ ਨਹੀਂ ਆਇਆ, ਕੋਈ ਮਤਲਬ ਹੋ ਰਿਹਾ ਇਸ ਦਾ। ਜ਼ਾਰੋ ਜ਼ਾਰ ਰੋ ਪਿਆ। ਮੈਂ ਕਿਹਾ ਮਿੱਤਰਾ ਗੱਲ ਕੀ ਹੈ? ਕਹਿੰਦਾ ਇਤਨਾ ਬੇਚੈਨ ਆ, ਮੈਨੂੰ ਨੀਂਦ ਨਹੀਂ ਪੈਂਦੀ ਜਿਤਨੇ ਚਿਰ ਤੱਕ ਪੂਰੀ ਬੋਤਲ ਪੀ ਨਾ ਲਵਾਂ, ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਇੰਨਾ ਬੇਚੈਨ। ਇਹ ਬੇਚੈਨੀ ਮੇਰੇ ਕੋਲ ਸਹਾਰੀ ਨਹੀਂ ਜਾਂਦੀ। ਜ਼ਾਰੋ ਜ਼ਾਰ ਰੋ ਪਿਆ। ਕਹਿਣ ਲੱਗਿਆ ਤੁਸੀਂ ਕਥਾ ਕਰਦੇ ਹੋ, ਮੈਂ ਸੁਣਿਆ ਲੋਕਾਂ ਕੋਲ, ਤੁਸੀਂ ਇਸ ਲਾਈਨ ਦੇ ਚੋ, ਇਹਦਾ ਕੋਈ ਇਲਾਜ ਹੈ? ਮੈਂ ਕਿਹਾ ਹਜ਼ਾਰਾਂ ਘਰ ਤੂੰ ਬਰਬਾਦ ਕੀਤੇ ਨੇ, ਸੈਂਕੜਿਆਂ ਨੂੰ ਤੂੰ ਰੋਣ ਤੇ ਮਜਬੂਰ ਕੀਤਾ ਹੈ। ਮਨੁੱਖ ਜਦ ਕਿਸੇ ਨਾਲ ਬੁਰਾ ਕਰਦਾ ਹੈ ਤੇ ਇਹ ਸੋਚ ਕੇ ਮੈਂ ਦੂਜੇ ਨਾਲ ਕਰ ਰਿਹਾ, ਧਰਮ ਕਹਿੰਦਾ ਨਹੀਂ ਆਪਣੇ ਨਾਲ ਕਰ ਰਿਹਾ, ਕਤਈ ਦੂਜੇ ਨਾਲ ਨਹੀਂ। ਇਹ ਪਲਟ ਕੇ ਵਾਪਸ ਆਏਗਾ। ਦਿੱਤਾ ਲਈਏ ਆਪਣਾ, ਅਣ ਦਿੱਤੇ ਕਿਛ ਹੱਥ ਨਾ ਆਵੇ। ਤੂੰ ਕਿਸੇ ਦੇ ਰਸਤੇ 'ਚ ਰੋੜੇ ਅਟਕਾਏ ਨੇ, ਦੀਵਾਰਾਂ ਤੇਰੇ ਰਸਤੇ 'ਚ ਵੀ। ਤੂੰ ਕਿਸੇ ਦੇ ਰਸਤੇ 'ਚ ਕੰਡੇ ਵਿਛਾਏ ਨੇ, ਫੁੱਲ ਤੇਰੇ ਰਸਤੇ 'ਚ ਵੀ ਕੋਈ ਨਹੀਂ। ਤੂੰ ਕਿਸੇ ਦੀ ਪੱਗ ਲਾਈਏ, ਤੇਰੇ ਸਿਰ ਤੇ ਵੀ ਸਲਾਮਤ ਨਹੀਂ ਰਹਿਣੀ। ਰੱਬੀ ਨਹੀਂ ਹੈ ਮੈਂ। ਇਹ ਤੇ ਦਿੱਤਾ ਲਈਏ ਆਪਣਾ, ਜੋ ਕੁਝ ਜਗਤ ਨੂੰ ਦੇਂਗਾ ਪਲਟ ਕੇ ਵਾਪਸ ਆਏਗਾ। ਮਨੁੱਖ ਦੂਜੇ ਨਾਲ ਬੁਰਾ ਕਰਦਾ ਹੈ, ਇਹ ਜਾਣ ਕੇ ਮੈਂ ਦੂਜੇ ਨਾਲ ਕਰ ਰਿਹਾ, ਆਪਣੇ ਨਾਲ ਕਰ ਰਿਹਾ। ਮੈਨੂੰ ਕਹਿਣ ਲੱਗਾ ਇਹ ਮੈਨੂੰ ਸਮਝ ਆਇਆ, ਇਲਾਜ, ਕੁਝ ਇਲਾਜ। ਮੈਂ ਕਿਹਾ ਪਹਿਲਾ ਇਲਾਜ ਤੇ ਇਹ ਹੈ, ਤੂੰ ਸਤਸੰਗ ਦੇ ਚਾਹ। ਦੇਖੋ ਬਰਸੀ ਮਨਾਈ ਜਾ ਰਹੀ ਹੈ। ਮੈਂ ਕਿਹਾ ਆਪਣੇ ਇਲਾਕੇ 'ਚ ਮਹਾਂਪੁਰਸ਼ ਹੋਏ ਭਗਤ ਜੋਧਾ ਰਾਮ ਸਿੰਘ ਜੀ, ਮੁਸਲਮਾਨ ਉਹਨਾਂ ਦੇ ਦਰਸ਼ਨਾਂ ਨੂੰ ਆਉਂਦੇ ਸਨ, ਉਹਨਾਂ ਕੋਲ ਸਿੱਖਿਆ ਲੈਂਦੇ ਸਨ। ਤੂੰ ਆ ਕਹਿਣ ਲੱਗੇ ਫਿਰ ਮੈਂ ਜਦ ਆਇਆ ਤਾਂ ਫਿਰ ਕਥਾ ਸਿਰਫ ਮੈਂ ਹੀ ਸੁਣਿਆਗਾ, ਹੋਰ ਨਹੀਂ ਉੱਥੇ ਕਿਸੇ ਨੇ ਬੈਠਣਾ। ਮੈਨੂੰ ਇਹ ਜੀ ਕਹਿਣ ਲੱਗਾ। ਮੈਂ ਕਿਹਾ ਇਸ ਗੱਲ ਦੀ ਤੂੰ ਚਿੰਤਾ ਨਾ ਕਰ, ਮੈਂ ਸੰਗਤਾਂ ਨੂੰ ਪ੍ਰੇਰਾਂਗਾ, ਮੈਂ ਬੇਨਤੀ ਕਰਾਂਗਾ, ਤੂੰ ਆ ਕਮ ਸੇ ਕਮ ਇਹ 3 ਦਿਨ ਤੇ ਆ ਤੂੰ। ਫਿਰ ਇਸ ਤੋਂ ਬਾਅਦ ਤੂੰ ਪਾਠ ਕਰੀ। ਤੂੰ ਪੰਜਾਬੀ ਜਾਣਦਾ, ਖਾਲਸਾ ਹਾਈ ਸਕੂਲ ਦਾ ਵਿਦਿਆਰਥੀ, ਉਹ ਤੂੰ ਬਾਅਦ ਵਿੱਚ ਕਰੀ, ਪਰ ਤੂੰ 3 ਦਿਨ ਤੇ ਆ। ਇੰਨੇ ਗਿਆਨੀ ਆਏ ਨੇ, ਅਕਾਲ ਤਖਤ ਦੇ ਸਿੰਘ ਸਾਹਿਬ ਵੀ ਆਏ ਹੋਏ ਸਨ, ਔਰ ਆਉਂਦੇ ਨੇ ਹਰ ਸਾਲ ਉਸ ਬਰਸੀ ਤੇ। 10-12 ਰਾਗੀ ਜਥੇ ਸਨ, ਗੁਣੀ ਜਨ ਸਨ। ਮੈਂ ਕਿਹਾ ਸੁਣ ਸਾਰਿਆ। ਉਡੀਕ ਮੈਂ ਕਰਦਾ ਰਿਹਾ, ਦੇਖਦਾ ਰਿਹਾ ਸੰਗਤ ਦੇ ਵਿੱਚ। ਇੰਡੀਆ ਦੇ ਵਿੱਚ ਬਾਹਰ ਵੀ ਹੌਰਨ ਲਾਉਂਦੇ ਨੇ ਗਲੀ ਦੇ ਵਿੱਚ, ਦੂਰ ਦੂਰ ਤੱਕ ਆਵਾਜ਼ਾਂ ਬੜੀ ਦੂਰ ਤੱਕ ਜਾਂਦੀਆਂ, ਖਾਸ ਵਿਸ਼ੇਸ਼ ਸਮਾਗਮ ਹੈ। ਮੈਨੂੰ ਕਿਸੇ ਨੇ ਦੱਸਿਆ ਉੱਥੇ ਖੰਭੇ 'ਚ ਜਿਹੜਾ ਹੌਰਨ ਲੱਗਿਆ ਉੱਥੇ ਤੇ ਖੜਾ ਹੈ, ਗੁਰਦੁਆਰੇ ਨਹੀਂ ਆਇਆ, ਨਹੀਂ ਆਇਆ, ਉੱਥੇ ਖੜਾ ਹੈ, ਉੱਥੇ ਸੁਣਦਾ ਪਿਆ।
इतना कोई थानू सुनाण दा मेरा मतलब इतना बेचैन, हर गुनाह मन नू बेचैन कर देंदा है, हर अपराध मन नू परेशान कर देंदा है और जीवन सिर दा बोझ बन जाता है। खुदकशी करके मरिया, आत्म हत्या करके मरिया। हैरानगी हुई, कहता इतना बोझ, इतना तनाव मैं नहीं बर्दाश्त कर सकता, मैं नहीं सहार सकता। बई इन्नियां नू परेशान किया तू, इतनियां नू रुलाया, इते दिता दईए अपना अण दिते किच हथ ना आवे। भाई साहब कहते कोई मनुख इतने बज्जर पाप करे, कितने गऊ दिज बधु वंश विश्वास बद कोट हत्या, करोड़ां तरह के कतल करे, एक नहीं ते करोड़ां गौवां मारे, भगतां नू मारे, विश्वासघात करे, कुल द्रोह करे, स्त्री नू मारे और गुरु नाल द्रोह करे। गऊ दिज बधु वंश विश्वास बद कोट हत्या, तृष्णा अनेक दुख दोख समगात है। ये तीन पंक्तियां एक दफा मैं फिर थानू सुना दें। मेरे ख्याल कोई ऐसी पीड़ा, कोई ऐसा दुख रहा नहीं जिसनों भाई साहब ने गिण नहीं लिया, जिहदा जिक्र नहीं किया भाई गुरदास ने। पंक्तियां मैं एक दफा फिर थानू सरवण करावां। अगन जरत जल बूडत सरप ग्रसे, शस्त्र अनेक रोम रोम करगात है। बिरथा अनेक अपदा अधीन दीनगत, ग्रीखम और शीत बरख माय निष्प्रात है। गौ दिज बधु वंश विश्वास बद कोट हत्या, तृष्णा अनेक दुख दोख समगात है। अनेक प्रकार जोर सगल संसार सो दे, जगत दे सारे दुखा नू मैं कट्ठा करके देख लिया। भाई साहब भाई गुरदास जी, जगत दे सारे दर्द पीड़ा मैं कट्ठा करके वेख लिया। अनेक प्रकार जोर सगल संसार सो दे, पिया के बिछो पल एक ना पुजात है। शब्द तीर दी तरह लगे है, परमात्मा दा विछोड़ा होया है। भाई साहब कहते ने ये पीड़ जगत दी कोई, ये सारियां पीड़ा एक पल का मुकाबला भी नहीं कर सकती, एक पल जितनियां भी नहीं। तो तुसी हुण खुद अंदाजा लगाओ भगत कितनी पीड़ा चो लंघदे, कितनी भयंकर पीड़ा चो लंघदे। लागी होए सोचाने पीर। लेकिन एक होर भी अर्ज करते हैं, ध्यान नाल सुनना। जिस दिन ये तीर लग्या और ये पीड़ हुई, बंदा एक दुआ भी करता है, अंदरों अरदास भी करता है, हे प्रभु नहीं मिलना ते ना सही ये पीड़ा रहन दे। ऐ भी सुन लो, ऐ भी होता भयंकर पीड़ है, पर इस पीड़ा च भी कोई रस है। इस वास्ते गुरबाणी इसका भी जिक्र कर दी है। कबीर ने बड़ा खोलिया, समय ज़्यादा नहीं पे देंदा, एक निक्का जिहा शेर तुहानूं सरवण कराते हैं। अमीर खुसरो होए ने सूफी संत शाहजहां दे वक्त दिल्ली दे होए ने। निजामुद्दीन दे चेले सन। लगदा है तीर उन्होंने लगे, वो कहते ने या रब दुआए वसल ना हरगिज कबूल हो, फिर दिल में क्या रहेगा जो हसरत निकल गई। नहीं मिलता खुदा ना मिल, कोई गल नहीं, मेरा कोई गिला नहीं, पर ये जो मेरे को पीड़ा है, ये जो मेरे को तड़पना है, ये ना खोई, ये रहन दे, ये पीड़ा रहन दे। ये हंझू गुनाहां नूं धो देंदे ने, ये हंझू पापां नूं धो देंदे ने, हिरदे नूं फुल वर्गा कर देंदे। नहीं मिलिया रब ते ना सही, ਉਹਦੇ ਵਿਛੋੜੇ ਦਾ महसूस होना भी बहुत कुछ दे जाता है, बड़ी झोली भर जाता है। पर यह उदों होंदा है जब शब्द तीर की तरह लगे, पहुंच नहीं। मैं फिर अर्ज करा, ध्यान ने चलना है, शब्द ने चलाना है, धर्म तक पहुंचना है। जैसे ध्यान शब्द दे नेड़े आएगा, शब्द तीर की तरह लगेगा, तीर की तरह लगेगा। इसका जो लंबा चौड़ा खुलासा धन गुरु ग्रंथ साहब जी महाराज दे मौजूद है,
हो सके मैं फिर थोड़े सामने रखांगा, क्योंकि समा हो गया, समय की उलंघना बहुत ना करिए। ਆਪਾਂ ਧਿਆਨ ਨੂੰ ਚਲਾਉਣ ਦਾ ਅਭਿਆਸ ਕਰ ਲਈਏ, ਚਲੇਗਾ ਤੇ ਕਿਸੇ ਗੁਰਮੁਖ ਦਾ, ਬਾਕੀ ਕਰਨਾ ਅੰਮ੍ਰਿਤ ਵੇਲੇ ਆਉਂਦਾ, ਪਰ ਚਲਾਉਣ ਦਾ ਅਭਿਆਸ ਕਰ ਲਈਏ ਵੀ ਇੰਜ ਚਲਾਈਦਾ, ਸਵੇਰੇ ਕਰਾਂਗੇ। ਜਿਵੇਂ ਕਿਸੇ ਨੇ ਗੱਡੀ ਚਲਾਣੀ ਸਿੱਖਣੀ ਆਉਂਦੀ ਹੈ, ਚਲਾ ਤੇ ਸਕਦਾ ਨਹੀਂ ਪਰ ਸਿੱਖਦਾ ਤੇ ਪਿਆ, ਇਹ ਅਭਿਆਸ ਕਰਨਾ ਸਿੱਖਣ, ਅੰਮ੍ਰਿਤ ਵੇਲੇ ਉੱਠ ਕੇ ਕਰ ਸਕੀਏ। ਜ਼ਬਾਨ ਉਚਾਰਨ ਕਰੇ, ਮਨ ਸੁਣੇ। ਜ਼ਬਾਨ ਜੋ ਕਹਿ ਰਹੀ ਹੈ ਉਹੀ ਕੰਨਾਂ ਦੁਆਰਾ ਸੁਣਿਆ ਜਾ ਰਿਹਾ ਹੈ, ਬਿਨਾਂ ਧਿਆਨ ਤੋਂ ਨਹੀਂ ਪਤਾ ਚਲੇਗਾ, ਕਿਉਂਕਿ ਕੰਨਾਂ ਕੋਲ ਅੱਖ ਨਹੀਂ ਹੈ, ਅੱਖ ਕੋਲ ਕੰਨ ਨਹੀਂ ਨੇ, ਜ਼ਬਾਨ ਕੋਲ ਕੰਨ ਨਹੀਂ ਹੈ, ਕੰਨਾਂ ਕੋਲ ਜ਼ਬਾਨ ਨਹੀਂ ਹੈ। ਮੈਂ ਜਿਸ ਨੂੰ ਵੇਖ ਰਿਹਾ, ਮੈਂ ਜਿਸ ਨੂੰ ਸੁਣ ਰਿਹਾ, ਮੈਂ ਉਸੇ ਨਾਲ ਹੀ ਬੋਲ ਰਿਹਾ। ਇਹ ਤਿੰਨਾਂ ਦਾ ਸੰਬੰਧ ਧਿਆਨ ਕਰਕੇ ਆਉਂਦਾ ਹੈ। ਅੱਖਾਂ ਦਾ ਧਿਆਨ ਜ਼ਬਾਨ ਨਾਲ ਜੁੜਿਆ ਹੋਇਆ ਹੈ, ਜ਼ਬਾਨ ਦਾ ਧਿਆਨ ਕੰਨਾਂ ਨਾਲ ਜੁੜਿਆ ਹੋਇਆ ਹੈ, ਕੰਨਾਂ ਦਾ ਧਿਆਨ ਅੱਖਾਂ ਨਾਲ ਜੁੜਿਆ ਹੋਇਆ ਹੈ। ਤਾਂ ਮੇਰਾ ਵਿਸ਼ਵਾਸ ਬਣਿਆ ਹੈ, ਜਿਹਦੇ ਨਾਲ ਮੈਂ ਬੋਲ ਰਿਹਾ ਮੈਂ ਉਹਨੂੰ ਹੀ ਵੇਖ ਰਿਹਾ, ਔਰ ਜਿਹਨੂੰ ਮੈਂ ਵੇਖ ਰਿਹਾ ਮੈਂ ਉਹਨੂੰ ਹੀ ਸੁਣ ਰਿਹਾ। ਧਰਮ ਦੀ ਸਾਧਨਾ ਧਿਆਨ ਸਾਧਨਾ। तो सिर्फ 5 दफ़ा, ज़्यादा नहीं, काफ़ी समा हो गया, आप काफ़ी समय दे बैठे हो। कोशिश करना ਜ਼ਬਾਨ ਚੋਂ ਜੋ ਧੁਨ ਨਿਕਲੇ ਉਹ ਕੰਨਾਂ ਦੇ ਰਾਹੀਂ ਮਨ ਸੁਣੇ। ਸੁਣ ਤਾਂ ਸਕੇਗਾ ਜੇ ਧਿਆਨ। ਧਿਆਨ ਰਾਹੀ ਹੈ, ਯਾਤਰੀ ਹੈ, ਸ਼ਬਦ ਵਾਹਨ ਹੈ, ਧਰਮ ਮੰਜ਼ਿਲ ਹੈ। ਧੁਨ ਧਿਆਨ ਦੀ ਸਾਧਨਾ ਇਹ ਪੰਥ ਹੈ, ਇਹ ਮਾਰਗ ਹੈ। ਜੋ ਕਰਦਾ ਹੈ ਉਹ ਪੰਥੀ ਹੈ, ਉਹ ਰਾਹੀ ਹੈ। तो सिर्फ 5 दफा वाहेगुरु 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 धर्म तक पहुँचावे और तुसी धर्म का रूप बन जाओ, प्रभु का रूप बन जाओ। मैं थोड़े लिए अरदास करदा, तुसी मेरे लिए अरदास करना। थोड़ा सुनना सफल होवे, मेरा सुनाना सफल होवे। बोल चुक दी क्षमा। वाहिगुरू जी का खालसा।